ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਕਸਰ ਨਾ ਇਨਸਾਨ ਦੇ ਅੰਦਰ ਇੱਕ ਕਿਉਰਿਓਸਿਟੀ ਬਣੀ ਰਹਿੰਦੀ ਆ ਕਿ ਧਰਤੀ ਤੇ ਜੋ ਕੁਝ ਹੈ ਸੋ ਕੁਝ ਹੈ। ਇਹ ਧਰਤੀ ਤੋਂ ਬਾਹਰ ਹੋਰ ਕੀ ਹੈ, ਹੋਰ ਕਿੰਨੀਆਂ ਕੁ ਧਰਤੀਆਂ ਨੇ। ਹਮੇਸ਼ਾ ਵਿਗਿਆਨਕ ਕੋਈ ਨਾ ਕੋਈ ਗੱਲ ਕਰਦੇ ਰਹਿੰਦੇ ਨੇ। ਹੁਣ ਇੱਕ ਕੱਲ੍ਹ ਪਰਸੋਂ ਦੀ ਗੱਲ ਹੈ ਕਿ ਮੈਕਸੀਕੋ ਦੀ ਪਾਰਲੀਮੈਂਟ ਦੇ ਵਿੱਚ ਏਲੀਅਨਸ ਦੀਆਂ ਡੈਡ ਬਾਡੀਜ਼ ਲਿਆਂਦੀਆਂ ਗਈਆਂ। ਕਹਿੰਦੇ ਨੇ ਕਿ 700 ਸਾਲ ਪੁਰਾਣੀ ਹੈ, 1800 ਸਾਲ ਪੁਰਾਣੀ ਹੈ, 1000 ਸਾਲ ਪੁਰਾਣੀ ਹੈ। ਇਹ ਹੁਣ ਜਿਹੜੀਆਂ ਡੈਡ ਬਾਡੀਜ਼ ਨੇ ਇਹ ਕਿੱਥੋਂ ਆਈਆਂ, ਕਿੱਥੋਂ ਹਾਸਿਲ ਹੋਈਆਂ, ਇਹਦਾ ਇਤਿਹਾਸ ਕੀ ਹੈ, ਇਹ ਕਿੰਨੀ ਕੁ ਸੱਚਾਈ ਹੈ, ਇਹ ਰੀਅਲ ਵੀ ਹੈਗੀਆਂ ਨੇ ਕਿ ਫੇਕ ਨੇ, ਪਤਾ ਨਹੀਂ ਕੀ ਗੱਲ ਹੈ ਤੇ ਕੀ ਬਾਤ ਹੈ। ਇਹਦੇ ਬਾਰੇ ਵਿਗਿਆਨਿਕ ਹੈਰਾਨ ਨੇ ਤੇ ਰਿਸਰਚ ਚੱਲਦੀ ਪਈ ਹੈ। ਤੇ ਨਾਸਾ ਵੱਲੋਂ ਵੀ ਕੁਝ ਨਾ ਕੁਝ ਅਜਿਹਾ ਕਈ ਵਾਰ ਕਿਹਾ ਜਾਂਦਾ ਕਿ UFO ਦੇਖੀਆਂ ਗਈਆਂ, ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ ਜਿਹੜੀਆਂ ਉੱਡੀਆਂ ਫਿਰਦੀਆਂ ਨੇ। ਕਈ ਵਾਰ ਅਸੀਂ ਦੇਖਦੇ ਹਾਂ ਵੀਡੀਓ ਵਾਇਰਲ ਹੋਈਆਂ ਨੇ, ਕੋਈ ਐਰੋਪਲੇਨ, ਕੋਈ ਫਾਈਟਰ ਪਲੇਨ ਕਿਸੇ UFO ਦਾ ਪਿੱਛਾ ਕਰਦਾ ਪਿਆ, ਕਿਤੇ ਏਲੀਅਨਸ ਨੇ, ਕਿਤੇ ਅਜੀਬ ਜਿਹੇ ਜੀਵ ਜੰਤੂ ਨੇ, ਤਰ੍ਹਾਂ ਦੀਆਂ ਉਹਨਾਂ ਦੀਆਂ ਲੱਤਾਂ ਬਾਹਾਂ, ਪਤਾ ਨਹੀਂ ਕੀ ਕੁਝ ਅਸੀਂ ਦੇਖਦੇ ਹਾਂ। ਸੋ ਹੈਰਾਨ ਹੁੰਦੇ ਹਾਂ। ਨਾਸਾ ਦੀ ਰਿਪੋਰਟ ਸਾਨੂੰ ਹੈਰਾਨ ਕਰਦੀ ਹੈ। ਮਤਲਬ ਇਹ ਕਿ ਅਸੀਂ ਸੋਚਣ 'ਤੇ ਮਜਬੂਰ ਹੁੰਦੇ ਹਾਂ ਕਿ ਵਾਕਈ ਯੂਨੀਵਰਸ ਦੇ ਵਿੱਚ ਹੋਰ ਲੋਕ ਵੀ ਐਗਜ਼ਿਸਟ ਕਰਦੇ ਨੇ, ਹੋਰ ਜਾਤੀਆਂ ਵੀ ਐਗਜ਼ਿਸਟ ਕਰਦੀਆਂ ਨੇ ਸਾਡੇ ਤੋਂ ਇਲਾਵਾ। ਫਿਲਮਾਂ ਬਣਦੀਆਂ ਨੇ, ਐਕਸਟਰਾ ਟੈਰੇਸਟਰੀਅਲ ਬਣੀ ਸੀ ਔਰ ਉਹ ਬਹੁਤ ਪੋਪੂਲਰ ਹੋਈ, 80s ਦੇ ਵਿੱਚ ਆਈ ਸੀ, ਸਟੀਵਨ ਸਪੀਲਬਰਗ ਨੇ ਬਣਾਈ, ਐਨਕਾਊਂਟਰ, ਪਤਾ ਨਹੀਂ ਹੋਰ ਕਿੰਨੀਆਂ। ਇਹ ਸਾਰੀਆਂ ਫਿਲਮਾਂ ਇੱਧਰ ਇਸ਼ਾਰਾ ਕਰਦੀਆਂ ਨੇ ਕਿ ਕੁਝ ਨਾ ਕੁਝ ਤਾਂ ਅਜਿਹਾ ਹੈ, ਇਹ ਫਿਨੋਮੀਨਾ ਤਾਂ ਹੈ ਜਿਹਦੇ ਬਾਰੇ ਸਾਨੂੰ ਪੂਰਾ ਪਤਾ ਨਹੀਂ, ਔਰ ਅਸੀਂ ਇਹਨੂੰ ਏਲੀਅਨਸ ਕਹਿ ਦਿੰਦੇ ਹਾਂ ਕਿ ਸਾਨੂੰ ਜੋ ਨਹੀਂ ਪਤਾ, ਜੋ ਸਾਡੀ ਪ੍ਰਕਿਰਤੀ ਦੇ ਵਿੱਚ ਨਹੀਂ ਆਉਂਦਾ, ਸਾਡੀ ਸਮਝ ਬੂਝ ਦੇ ਵਿੱਚ ਨਹੀਂ ਆਉਂਦਾ, ਉਹ ਕੋਈ ਇੱਦਾਂ ਦੀ ਚੀਜ਼ ਹੈਗੀ ਆ। ਕਈ ਵਾਰ ਅਸੀਂ ਦੇਖਦੇ ਹਾਂ ਡੈਡ ਬਾਡੀਜ਼ ਦੀ ਆਕਟੋਪਸੀ ਕੀਤੀ ਜਾ ਰਹੀ ਹੈ, ਉਹਨਾਂ ਨੂੰ ਜਿਹਨੂੰ ਆਪਾਂ ਕਹਿੰਦੇ ਚੀਰ ਫਾੜ ਕਰਕੇ ਦੇਖਿਆ ਜਾਂਦਾ ਪਿਆ ਵੀ ਇਹ ਡੈਡ ਬਾਡੀਜ਼ ਏਲੀਅਨਸ ਦੀਆਂ ਕਿੱਦਾਂ ਦੀਆਂ ਨੇ ਅੰਦਰੋਂ। ਇਹ ਵੀ ਵੀਡੀਓ ਵਾਇਰਲ ਹੁੰਦੀਆਂ ਨੇ ਕਈ ਵਾਰ ਇੰਟਰਨੈਟ 'ਤੇ। ਤਮਾਮ ਤਰ੍ਹਾਂ ਦਾ ਮਟੀਰੀਅਲ ਮੌਜੂਦ ਹੈ ਤੇ ਸਾਨੂੰ ਹੈਰਾਨ ਕਰਦਾ ਕਿ ਇਹ ਕੀ ਹੈਗਾ। ਔਰ ਕਈ ਵਾਰ ਅਸੀਂ ਇਸ ਸ਼ਬਦ ਨੂੰ ਵੈਸੇ ਵੀ ਇਸਤੇਮਾਲ ਕਰਦੇ ਹਾਂ, ਤੂੰ ਬੜੀਆਂ ਏਲੀਅਨ ਗੱਲਾਂ ਕਰਦਾ ਪਿਆ, ਤੂੰ ਬੜੇ ਏਲੀਅਨ ਥਾਟਸ ਰੱਖਦਾ ਹੈ, ਤੇਰਾ ਵਿਵਹਾਰ ਬੜਾ ਏਲੀਅਨ ਜਿਹਾ। ਮਤਲਬ ਜਿਹੜਾ ਆਮ ਤੌਰ 'ਤੇ ਸਾਡੇ ਵਿਵਹਾਰ 'ਚ, ਸਾਡੀ ਪ੍ਰਕਿਰਤੀ ਦੇ ਵਿੱਚ, ਸਾਡੀ ਨੇਚਰ ਦੇ ਵਿੱਚ ਨਹੀਂ ਆਉਂਦਾ, ਉਹ ਸਾਡੇ ਵਾਸਤੇ ਏਲੀਅਨ ਹੁੰਦਾ ਹੈ। ਸੋ ਇਹਦੇ ਵਿੱਚ ਕੀ ਸੱਚਾਈ ਹੈ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ, ਔਰ ਉਸ ਪਰਤ ਦੇ ਖੁੱਲ੍ਹਣ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਸਾਡਾ ਕਿੰਨਾ ਕੁ ਰਾਬਤਾ ਕਾਇਮ ਹੋਇਆ ਏਲੀਅਨਸ ਦੇ ਨਾਲ, ਬਾਹਰੀ ਦੁਨੀਆ ਦੇ ਨਾਲ, ਜਿੱਥੋਂ ਸਿਗਨਲ ਵੀ ਕਈ ਵਾਰ ਕਹਿੰਦੇ ਨੇ ਕਿ ਆਉਂਦੇ ਆ, ਉਹ ਸਿਗਨਲ ਕੀ ਕਹਿੰਦੇ ਨੇ ਪਤਾ ਨਹੀਂ। ਸੋ ਇਹ ਸਭ ਗੱਲਾਂ ਹਜੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਦੇਖੋ ਇਹਦੇ ਵਿੱਚੋਂ ਕੀ ਨਿਕਲਦਾ। ਫਿਲਹਾਲ ਅਸੀਂ ਗੱਲ ਕਰਦੇ ਹਾਂ ਆਪਣੇ ਦੁਨੀਆ ਦੀ, ਆਪਣੇ ਭਾਰਤ ਦੀ, ਆਪਣੇ ਪੰਜਾਬ ਦੀ। ਇਹਨਾਂ ਮਸਲਿਆਂ ਦੀ ਗੱਲ ਕਰੀਏ ਜੋ ਸਾਡੇ ਵਾਸਤੇ ਏਲੀਅਨ ਨਹੀਂ ਹੈਗੇ, ਜਿਨ੍ਹਾਂ ਦੇ ਨਾਲ ਅਸੀਂ ਨਜਿੱਠਣਾ, ਜਿਨ੍ਹਾਂ ਦੇ ਹੱਲ ਅਸੀਂ ਲੱਭਣੇ ਨੇ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਏਲੀਅਨ ਦਾ ਜ਼ਿਕਰ ਕੀਤਾ, ਔਰ ਇਹ ਪੁਰਾਣੀਆਂ ਬਾਤਾਂ ਵਿੱਚ ਵੀ ਆਉਂਦਾ ਰਿਹਾ, ਜਿਹੜੀਆਂ ਪੁਰਾਣੀਆਂ ਬਾਤਾਂ ਅਸੀਂ ਆਪਣੇ ਦਾਦੀਆਂ, ਨਾਨੀਆਂ, ਮਾਸੀਆਂ, ਭੂਆ ਕੋਲ ਸੁਣਦੇ ਸੀਗੇ, ਉਹਨਾਂ ਵਿੱਚ ਵੀ ਸੀ ਭੂਤ ਪ੍ਰੇਤਾਂ, ਛਲੇਡੇ ਔਰ ਏਲੀਅਨ, ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ, ਦਿਓ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਲਪਨਾ ਨਾਲ ਵੀ ਮਿਲਦੀਆਂ ਜੁਲਦੀਆਂ ਨੇ। ਔਰ ਦੂਸਰੇ ਪਾਸੇ ਕੁਛ ਨਾਸਾ ਜਾਂ ਜਿਹੜੀਆਂ ਖੋਜ ਵਾਲੀਆਂ ਸੰਸਥਾਵਾਂ ਨੇ, ਉਹਨਾਂ ਨੇ ਇਹ ਸੱਚ ਕਰ ਵਿਖਾਇਆ ਕਿ ਕੁਛ ਹੈ ਵੀ ਆ। ਇਹ ਵੈਜ ਅਤੇ ਨਾਨ ਵੈਜ ਵੀ ਆ। ਉਹ ਖਾਂਦੀਆਂ ਸੀ, ਕੁਝ ਬੰਦੇ ਨਹੀਂ ਸੀ ਖਾਂਦੀਆਂ, ਕਈ ਇਹਦੇ ਪਿੰਜਰ ਵੀ ਮਿਲ ਰਹੇ ਆ। ਜਿਸ ਤਰ੍ਹਾਂ ਅਜੰਤਾ ਲੋਰਾ ਦੀਆਂ ਗੁਫਾਵਾਂ ਔਰ ਮਹੰਜੋਦੜਾ, ਹੜੱਪਾ ਦੀਆਂ ਜਿਹੜੀਆਂ ਗੁਫਾਵਾਂ ਔਰ ਉਹ ਜਿਹੜੀ ਸਭਿਅਤਾ, ਉਹਦੇ ਵਿੱਚ ਵੀ ਪੁਰਾਣੀਆਂ ਚੀਜ਼ਾਂ ਜਿਹੜੀਆਂ ਉਹ ਪੁਰਾਤੱਤਵ ਵਿਭਾਗ ਨੇ ਕੱਢੀਆਂ, ਔਰ ਉਹ ਚੀਜ਼ਾਂ ਜਿਹੜੀਆਂ ਲੋਕ ਉਹਨਾਂ 'ਤੇ ਖੋਜ ਕਰ ਰਹੇ ਆ, ਜਿਹੜੇ ਖੋਜੀ ਲੋਕ ਨੇ। ਔਰ ਤੁਸੀਂ ਅੱਛੀ ਗੱਲ ਕੀਤੀ ਹੈ, ਏਲੀਅਨ ਦੀ ਖੋਜ ਜਿਹੜੀ ਅਮਰੀਕਾ ਨੇ ਪਹਿਲਾਂ ਕੀਤੀ ਹੈ, ਔਰ ਸਾਰੇ ਦੇਸ਼ਾਂ ਵਿੱਚ, ਇੰਡੀਆ ਵਿੱਚ ਵੀ ਏਲੀਅਨ ਦੀ ਬਹੁਤ ਜ਼ਿਕਰ ਰਿਹਾ, ਔਰ ਇਹਦੇ ਵਿੱਚ ਖੋਜਾਂ ਹੋ ਰਹੀਆਂ, ਸਿਲੇਬਸ ਦੇ ਵਿੱਚ ਵੀ ਆ ਗਿਆ, ਔਰ ਸਾਰਾ ਕੁਝ ਬੱਚੇ ਵੀ ਪੜ੍ਹ ਰਹੇ ਆ, ਔਰ ਇਹਦੇ ਵਿੱਚ ਫਿਲਮਾਂ ਵੀ ਬਣ ਗਈਆਂ ਜਿਸ ਤਰ੍ਹਾਂ ਤੁਸੀਂ ਦੱਸਿਆ। ਔਰ ਇਹਦੇ ਬਾਰੇ ਇਹ ਹੈਰਾਨੀਜਨਕ ਜਿਹੜੀਆਂ ਚੀਜ਼ਾਂ ਨੇ, ਔਰ ਇਹਨਾਂ ਨੂੰ ਕਿਉਰਿਓਸਿਟੀ ਇਹਨਾਂ ਦੇ ਅੰਦਰ, ਕਲਪਨਾ ਇਹਨਾਂ ਦੇ ਅੰਦਰ, ਉਹ ਚੀਜ਼ਾਂ ਲੋਕ ਆਪਣੇ ਜੀਵਨ ਦੇ ਨਾਲ ਸੰਬੰਧਿਤ ਰੱਖਦੇ ਆ। ਚਲੋ ਆਪਾਂ ਆਪਣੇ ਸਮਾਜ ਵੱਲ ਆਉਂਦੇ ਹਾਂ, ਲੋਕਾਂ ਦੀ ਗੱਲ ਕਰਦੇ ਹਾਂ, ਰਾਜਨੀਤੀ ਦੀ ਗੱਲ ਕਰਦੇ ਹਾਂ। ਰਾਜਨੀਤੀ ਇਹ ਕਹਿੰਦੀ ਹੈ ਅਮਰੀਕਾ ਦੀ ਕਿ ਵਿਵੇਕ ਰਾਮਾਸਵਾਮੀ ਜੀ, ਜੋ ਪ੍ਰੈਜ਼ੀਡੈਂਟ ਆਫ ਅਮਰੀਕਾ ਦੀ ਦੌੜ ਦੇ ਵਿੱਚ ਸ਼ਾਮਿਲ ਨੇ ਔਰ ਭਾਰਤੀ ਮੂਲ ਦੇ ਨੇ, ਜੀ, ਉਹ ਕਹਿੰਦੇ ਨੇ ਕਿ ਜੇ ਮੈਂ ਆਉਣ ਵਾਲੀਆਂ ਚੋਣਾਂ 'ਚ ਜਿੱਤਿਆ ਤੇ ਅਮਰੀਕਾ ਦੀ ਬਾਗਡੋਰ ਮੇਰੇ ਹੱਥ ਵਿੱਚ ਆ ਗਈ ਤਾਂ 75% ਕਰਮਚਾਰੀ ਅਜਿਹੇ ਹੋਣਗੇ। ਮਤਲਬ ਮੈਂ ਜੋ ਵਿਦੇਸ਼ੀ
ਕਾਬਿਲ ਨੇ ਉਹਨਾਂ ਨੂੰ ਵੀ ਮੈਂ ਭਾਰਤ ਤੋਂ ਲੈ ਕੇ ਆਉਂਗਾ, ਜੋ ਵਿਦੇਸ਼ੀ ਕਾਬਿਲ ਨੇ ਬਾਕੀ ਮੁਲਕਾਂ 'ਚ ਉਹਨਾਂ ਨੂੰ ਵੀ ਮੈਂ ਲੈ ਕੇ ਆਉਂਗਾ, ਔਰ ਆਪਣੇ ਅੰਦਰ ਜਿਹੜੇ ਅਮਰੀਕਾ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਵੱਲ ਵੀ ਮੈਂ ਪੂਰੀ ਤਵੱਜੋ ਦੇਵਾਂਗਾ। ਔਰ 75% ਦਾ ਅੰਕੜਾ ਉਹਨਾਂ ਨੇ ਰੱਖਿਆ ਹੈ ਕਿ ਜਿਹੜੇ ਇਹ ਕੰਮ ਕਰ ਰਹੇ ਨੇ ਉਹਨਾਂ ਦੀ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ, ਉਹਨਾਂ ਦੀ ਪ੍ਰੋਫੈਸ਼ਨਲ ਅਪਲਿਫਟਿੰਗ, ਮਤਲਬ ਪੂਰੀ ਤਰ੍ਹਾਂ ਨਾਲ ਕਾਰੋਬਾਰ ਨੂੰ ਤਰਜੀਹ ਦਿੰਦੇ ਹੋਏ ਅਮਰੀਕਾ ਦੀ ਇਕਨੋਮੀ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ। ਹਾਂ, ਵਿਵੇਕ ਰਾਮਾਸਵਾਮੀ ਦਾ ਇਹ ਇਸ ਵੇਲੇ ਐਲਾਨ ਹੈਗਾ ਕਿ ਜੇ ਮੈਂ ਪ੍ਰੈਜ਼ੀਡੈਂਟ ਆਫ USA ਬਣਿਆ ਤਾਂ ਮੇਰੀ ਸਭ ਤੋਂ ਵੱਡੀ ਇਹ ਹੋਏਗੀ ਚੋਣ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਕਰਮਚਾਰੀ ਨੇ ਉੱਥੇ ਸਰਕਾਰੀ ਤੌਰ ਤੇ ਕੁਰਸੀਆਂ ਤੇ ਬੈਠੇ ਨੇ, ਜਿਹੜੇ ਕੰਮਕਾਜ ਘੱਟ ਕਰ ਰਹੇ ਆ ਔਰ ਕਲਮਾਂ ਨਾਲ ਲਿਖ ਦਿੰਦੇ ਆ ਤੇ ਫਾਈਲਾਂ ਅੱਗੇ ਤੋਰ ਦਿੰਦੇ ਆ, ਉਹਨਾਂ ਦੀ ਸ਼ਾਂਤੀ ਕਰੂੰਗਾ। ਔਰ ਇਸ ਵੇਲੇ ਘੱਟੋ ਘੱਟ 22.5 ਲੱਖ ਦੇ ਕਰੀਬ ਉੱਥੇ ਕਰਮਚਾਰੀ ਆ ਜਿਹੜੇ ਸਰਕਾਰੀ ਖਜ਼ਾਨੇ ਦੇ ਪਿੱਛੇ ਲੱਗੇ ਆ ਔਰ ਸਾਰੀ ਸੈਲਰੀ ਲੈ ਰਹੇ ਆ, ਅਦਾ ਟੁੱਟਾ ਪਰ ਮੰਥ ਪਰ ਵੀਕ ਜਿਹੜਾ ਉਹਨਾਂ ਨੂੰ ਪੈਸਾ ਮਿਲ ਰਿਹਾ, DATA ਬੜਾ ਕੁਝ ਮਿਲ ਰਿਹਾ। ਉਹਨਾਂ ਨੇ ਕਿਹਾ ਕਿ ਮੈਂ ਸਰਕਾਰੀ ਖਜ਼ਾਨੇ ਦੇ ਉੱਤੇ ਜਿਹੜੀ ਢਾਹ ਲੱਗੀ ਆ ਉਹਨੂੰ ਰੋਕਣ ਲਈ ਇਹ ਕੰਮ ਕਰੂੰਗਾ, ਕਿਉਂਕਿ 75% ਦਾ ਮਤਲਬ ਇੱਥੇ 16 ਲੱਖ ਦੇ ਕਰੀਬ ਜਿਹੜੇ ਕਰਮਚਾਰੀ ਵਿਹਲੇ ਹੋ ਜਾਣਗੇ। ਔਰ ਉਹਦੇ ਵਿੱਚ ਇਹਨਾਂ ਨੇ ਹੋਰ ਵੀ ਕਿਹਾ ਗਾ ਕਿ ਜਿੰਨੇ ਕਰਮਚਾਰੀ ਬਾਕੀ ਨੇ ਉਹਨਾਂ ਦੇ ਨਾਲ ਜਿਹੜੀ ਸ਼ਾਂਤੀ ਕਰੂੰਗਾ ਔਰ ਉਹਦੇ ਵਿੱਚ ਜਿਹੜੇ ਆਰਟ ਨਾਲ ਪ੍ਰਫੁੱਲਤ ਕੰਮ ਕਰਨ ਵਾਲੇ, ਜਿਨ੍ਹਾਂ ਵਿੱਚ ਕਲਾ ਹੈਗੀ ਕੰਮ ਦੀ, ਹਰ ਹੱਥ ਨਾਲ ਕੰਮ ਕਰਨਗੇ, ਉਹਨਾਂ ਨੂੰ ਤਰਜੀਹ ਦੇਵਾਂਗੇ, ਉਹਦੇ ਨਾਲ ਆਉਣਗੇ, ਉਹਦੇ ਨਾਲ ਜਿਹੜੀ ਸਾਡੀ ਇਕਨੋਮੀ ਆ ਬੂਸਟ ਹੋ ਜਾਏਗੀ। ਔਰ ਉਹਨਾਂ ਨੇ ਕਿਹਾ ਕਿ ਮੈਂ ਇਹ ਨਹੀਂ ਕਹੂੰਗਾ ਕਿ ਅਮਰੀਕਾ ਦੇ ਬੰਦੇ ਘੱਟ ਮੈਂ ਇਹਨਾਂ ਨੂੰ ਵਿਹਲੇ ਕਰ ਦੂੰਗਾ, ਵਿਹਲੇ ਨਹੀਂ, ਉਹਨਾਂ ਨੇ ਕਿਹਾ ਇਹ ਕੰਮ ਕਰਨਗੇ, ਹੱਥਾਂ ਨਾਲ ਕੰਮ ਕਰਨਗੇ, ਜਿਹੜੇ ਵਿਹਲੜ ਲੋਕ ਨੇ ਉਹਨਾਂ ਦੀ ਸ਼ਾਂਤੀ ਕਰੂੰਗਾ। ਐਕਚੁਅਲੀ ਗੱਲ ਇਹੀ ਹੈ, ਹਮੇਸ਼ਾ ਅਰਥ ਵਿਵਸਥਾ ਦੀ ਗੱਲ ਇਹੀ ਹੁੰਦੀ ਹੈ ਕਿ ਕਾਬਿਲ ਬੰਦੇ ਨੂੰ ਉਹਦੀ ਕੁਆਲੀਫਿਕੇਸ਼ਨ ਦੇ ਮੁਤਾਬਿਕ ਕੰਮ ਦਿੱਤਾ ਜਾਵੇ, ਉਹ ਕੰਮ ਕਰੇ। ਕਈ ਵਾਰ ਅਸੀਂ ਦਫ਼ਤਰਾਂ 'ਚ ਅਸੀਂ ਦੇਖਦੇ ਹਾਂ ਲੋਕ ਕੰਮ ਕਰਦੇ ਪਏ ਨੇ ਪਰ ਉਹ ਕੰਮ ਨਹੀਂ ਕਰਦੇ ਪਏ, ਕਾਗਜ਼ ਕਾਲੇ ਕਰਦੇ ਪਏ ਨੇ, ਹੋਰ ਕੁਝ ਨਹੀਂ ਕਰਦੇ ਪਏ। ਸਹੀ ਗੱਲ। ਉਹ ਫਾਈਲ ਉਸ ਟੇਬਲ ਤੋਂ ਉਸ ਟੇਬਲ ਤੇ, ਉਸ ਟੇਬਲ ਤੋਂ ਉਸ ਟੇਬਲ ਤੇ, ਮਤਲਬ ਇੱਕ ਪੇਪਰ ਨੂੰ ਅਪਰੂਵ ਕਰਨ ਵਾਸਤੇ 20 ਜਣੇ ਸਾਈਨ ਕਰਨਗੇ ਉਹਦੇ ਉੱਤੇ। ਉਹ ਸਾਹਿਬ ਉੱਥੇ ਅਟਕ ਗਈ, ਉਹ ਸਾਹਿਬ ਉੱਥੇ ਅਟਕ ਗਈ, ਉਹ ਸਾਹਿਬ ਅੱਜ ਛੁੱਟੀ ਤੇ ਨੇ, ਉਹ ਸਾਹਿਬ ਅੱਜ ਚਲੇ ਗਏ ਨੇ। ਮਤਲਬ ਇੱਕ ਕਾਗਜ਼ ਨੂੰ ਹਫ਼ਤਾ ਲੱਗ ਜਾਂਦਾ ਕਲੀਅਰ ਹੋਣ ਦੇ ਵਿੱਚ। ਇਹ ਕੀ ਹੈ? ਮਤਲਬ ਇਦਾਂ ਦਾ ਵਰਕ ਕਲਚਰ ਨਹੀਂ ਚਾਹੀਦਾ, ਕਿਸੇ ਵੀ ਕੰਟਰੀ 'ਚ ਨਹੀਂ ਚਾਹੀਦਾ। ਫੌਰਨ ਮਸਲੇ ਹੱਲ ਹੋਣੇ ਚਾਹੀਦੇ ਨੇ, ਫੌਰਨ ਫੈਸਲੇ ਹੋਣੇ ਚਾਹੀਦੇ ਨੇ। ਔਰ ਜਿਹਨੂੰ ਆਪਾਂ ਕਹਿੰਦੇ ਨਾ ਲੁੱਕ ਬਿਜ਼ੀ ਡੂ ਨਥਿੰਗ, ਆਹ ਵਾਲਾ ਹਿਸਾਬ ਕਿਤਾਬ ਨਹੀਂ ਹੋਣਾ ਚਾਹੀਦਾ। ਕਾਗਜ਼ ਕਾਲੇ ਕਰੀ ਜਾਓ, ਨਤੀਜਾ ਕੀ ਹੈ? ਬਿਲਕੁਲ ਠੀਕ ਗੱਲ ਹੈ। ਪ੍ਰੋਡਕਟਿਵਿਟੀ ਕੀ ਹੈ ਤੁਹਾਡੀ? ਪ੍ਰੋਡਕਟਿਵਿਟੀ ਦੇ ਹਿਸਾਬ ਨਾਲ ਹੀ ਕੰਮ ਮਿਲਣਾ ਚਾਹੀਦਾ ਔਰ ਉਸ ਹਿਸਾਬ ਨਾਲ ਹੀ ਬਾਹਰੋਂ ਕਰੀਮ ਲੈ ਕੇ ਆਉਣਗੇ ਦੂਸਰੇ ਦੇਸ਼ਾਂ 'ਚੋਂ, ਇਹ ਵੀ ਕਹਿੰਦੇ ਨੇ, ਕਿਉਂਕਿ ਉੱਥੋਂ ਵੀ ਇਕਨੋਮੀ ਨੂੰ ਬੂਸਟ ਅਪ ਕਰਨ ਵਾਸਤੇ ਤੁਹਾਨੂੰ ਰॉ ਮਟੀਰੀਅਲ ਮਿਲ ਜਾਂਦਾ ਹੈ। ਕਰੀਮ ਮਤਲਬ ਜਿਹੜੇ ਲੋਕ ਟੈਲੈਂਟਡ ਨੇ ਉਹ ਰॉ ਮਟੀਰੀਅਲ ਹੀ ਨੇ ਨਾ ਇਕਨੋਮੀ ਵਾਸਤੇ, ਉੱਥੋਂ ਮਿਲ ਜਾਏਗਾ। ਉਵੇਂ ਅਮਰੀਕਾ 'ਚੋਂ ਮਿਲੇਗਾ। ਤੇ ਜਿਹੜਾ ਮਟੀਰੀਅਲ ਬੈਠਾ ਦਫ਼ਤਰਾਂ ਦੇ ਵਿੱਚ ਕੰਮ ਕਰਦਾ ਪਿਆ ਉਹ ਪ੍ਰੋਡਕਟਿਵ ਨਹੀਂ ਹੈਗਾ, ਉਹਨੂੰ ਮੈਂ ਕਿਸੇ ਹੋਰ ਕੰਮ ਲਾਉਂਗਾ ਜਿੱਥੇ ਉਹ ਪ੍ਰੋਡਕਟਿਵ ਹੋ ਸਕਣ। ਵੈਸੇ ਇਹਦੋਂ ਪਹਿਲਾਂ ਜਿਹੜਾ ਕੀਤਾ ਬਰਾਕ ਓਬਾਮਾ ਨੂੰ ਤਦੇ ਕਰਕੇ ਤਰਜੀਹ ਦਿੱਤੀ ਸੀ ਸੈਕੰਡ ਟਰਮ ਦੇ ਵਿੱਚ ਵੀ, ਉਹਨਾਂ ਨੇ ਵੀ ਇਹੀ ਕੰਮ ਕੀਤਾ ਸੀਗਾ, ਵਿਹਲੜਾਂ ਨੂੰ ਨੱਥ ਪਾਈ ਸੀ ਔਰ ਕੰਮ ਵਾਲੇ ਬੰਦੇ ਅੱਗੇ ਲਿਆਂਦੇ ਸੀ ਔਰ ਇਕਨੋਮੀ ਨੂੰ ਬੂਸਟ ਕੀਤਾ ਸੀਗਾ। ਜਿਸ ਤਰ੍ਹਾਂ ਇੰਡੀਆ 'ਚ ਡਾਕਟਰ ਮਨਮੋਹਨ ਸਿੰਘ ਨੇ ਇਸੇ ਕੰਮ ਨੂੰ ਉਹ ਕਰਕੇ ਔਰ ਮਹਿੰਗਾਈ 'ਤੇ ਵੀ ਠੱਲ ਪਾਈ ਔਰ ਮਹਿੰਗਾਈ ਨੂੰ ਮਹਿੰਗਾਈ ਨੂੰ ਵੀ ਰੋਕਿਆ ਔਰ ਜਿਹੜੀ ਬੇਸਿਕ ਗਰੋਥ ਰੇਟ ਸੀਗਾ ਉਹਨੂੰ ਵੀ ਇਹਨਾਂ ਨੇ ਬੂਸਟ ਕੀਤਾ। ਉਹ ਬਰਾਕ ਓਬਾਮਾ ਨੇ ਵੀ ਅਮਰੀਕਾ ਦੇ ਵਿੱਚ ਕਰਕੇ ਵਿਖਾਇਆ ਔਰ ਜਿੰਨਾ ਯੂਥ ਸੀਗਾ ਅਮਰੀਕਾ ਦਾ ਉਹਨਾਂ ਦੇ ਪਿੱਛੇ ਲੱਗਾ ਸੀਗਾ। ਉਹਨਾਂ ਸੈਕੰਡ ਟਾਈਮ ਇਹ ਨਾਅਰਾ ਦਿੱਤਾ ਸੀ ਕਿ ਅਸੀਂ ਸੈਕੰਡ ਜਿਹੜੀ ਕਮਿੰਗ ਵੁੱਡ ਵੀ ਜਿਹੜੇ ਸਾਡੇ ਹੋਣਗੇ ਪ੍ਰੈਜ਼ੀਡੈਂਟ, ਇਹ ਬਰਾਕ ਓਬਾਮਾ ਹੀ ਹੋਣਗੇ। ਇਸੇ ਤਰ੍ਹਾਂ ਉਹ ਹੋਏ ਔਰ ਜੇ ਇਹਨਾਂ ਨੇ ਇਹ ਨਾਅਰਾ ਦਿੱਤਾ ਹੈਗਾ ਤੇ ਇਹਦੇ ਨਾਲ ਢਾਹ ਤਾਂ ਲੱਗੇਗੀ। ਇਹ ਰਿਪਬਲਿਕਨ ਪਾਰਟੀ ਨੂੰ ਬਿਲੋਂਗ ਕਰਦੇ ਆ, ਉਹਦੇ ਨਾਲ ਦੂਜੀ ਪਾਰਟੀ ਦੇ ਰਿਪਬਲਿਕਨ ਦੇ ਜਿਹੜੇ ਟਰੰਪ ਸਾਹਿਬ ਨੂੰ ਵੀ ਇਹਦੇ ਨਾਲ ਥੋੜ੍ਹਾ ਬਹੁਤ ਨੁਕਸਾਨ ਨਹੀਂ ਹੋਊਗਾ, ਬਹੁਤ ਨੁਕਸਾਨ ਹੋਊਗਾ ਜੇਕਰ ਇਹ ਅੱਗੇ ਆ ਜਾਂਦੇ ਆ, ਕਿਉਂਕਿ ਭਾਰਤੀ ਮੂਲ ਦੇ ਹੈਗਾ। ਜਿੱਦਾਂ ਰਿਸ਼ੀ ਸੁਨਕ ਨੇ ਵੀ ਉੱਥੇ ਅਰਥ ਵਿਵਸਥਾ ਨੂੰ ਸੰਭਾਲਿਆ, ਉਹਨਾਂ ਦੇ ਪਹਿਲੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੂੰ ਸਾਰਿਆਂ ਲੋਕਾਂ ਨੇ ਅਲਵਿਦਾ ਕਹਿਤਾ ਕਿ ਤੂੰ ਜਾ ਭਾਈ। ਉਦੋਂ ਬਾਅਦ ਇੱਕ ਲੇਡੀ ਆਈ, ਉਹਨੂੰ ਵੀ ਕਿਹਾ ਜਾ, ਕਿਉਂਕਿ ਉਹ ਇਸ ਗੱਲ ਨੂੰ ਉਹ ਸਟੇਬਿਲਿਟੀ ਨਹੀਂ ਦੇ ਸਕੇ, ਸਥਿਰਤਾ ਨਹੀਂ ਦੇ ਸਕੇ। ਜਿਹੜੇ ਬਾਹਰਲੇ ਦੇਸ਼ਾਂ 'ਚੋਂ ਆਏ ਹੁੰਦੇ ਲੋਕ ਇਹ ਗਰੀਬੀ ਵੇਖੀ ਹੁੰਦੀ ਇਹਨਾਂ ਨੇ ਰੋਜ਼ ਮਰਾ ਦੀ ਜ਼ਿੰਦਗੀ ਵੇਖੀ ਹੁੰਦੀ ਹੈ, ਕਿੱਥੇ ਕਿੱਥੇ ਕੀ ਚਾਹੀਦਾ ਹੈਗਾ, ਗਰਾਊਂਡ ਲੈਵਲ ਤੱਕ ਜਾਣਦੇ ਆ। ਹੁਣ ਸਾਰੇ ਦੇਸ਼ਾਂ ਵਿੱਚ ਬੇਰੁਜ਼ਗਾਰੀ ਫੈਲ ਚੁੱਕੀ ਆ ਔਰ ਮਹਿੰਗਾਈ ਵੱਧ ਚੁੱਕੀ ਆ ਔਰ ਲੋਕ ਵਿਚਾਰੇ ਸੜਕਾਂ ਦੇ ਤੁਰੇ ਫਿਰਦੇ ਆ ਬਹੁਤ ਜ਼ਿਆਦਾ। ਕੈਨੇਡਾ 'ਚ ਵੀ ਇਹੀ ਹਾਲ ਹੋ ਗਿਆ, ਅਮਰੀਕਾ 'ਚ ਵੀ ਇਹੀ ਹਾਲ ਹੋ ਗਿਆ, ਇੰਗਲੈਂਡ 'ਚ ਵੀ ਇਹੀ ਹਾਲ ਹੋ ਗਿਆ। ਨਫਰੀ ਵੱਧ ਗਈ ਹੈ, ਲੋਕ ਬਾਹਰੋਂ ਆ ਗਏ ਆ, ਜਿਹੜਾ ਕੰਮ ਕਰਨ ਵਾਲੇ ਲੋਕ ਜਿਹੜੇ ਹੈਗੇ ਉਹ ਬਾਹਰੋਂ ਆ ਗਏ ਜੀ। ਤੇ ਜਿਹੜੇ ਵਿਹਲੜ ਸੀਗੇ ਜਿਨ੍ਹਾਂ ਦੇ ਹੱਡਾਂ ਵਿੱਚ ਪਾਣੀ ਪਿਆ ਸੀ ਉਹ ਇਸ ਵੇਲੇ ਸਾਰੇ ਦੇ ਸਾਰੇ ਭੁੱਖੇ ਮਰ ਰਹੇ ਆ। ਉਹ ਗੱਲ ਬਿਲਕੁਲ ਠੀਕ ਕਹਿ ਰਹੇ ਹੋ ਜੀ। ਹੁਣ ਆਪਾਂ ਅੱਗੇ
ਤੁਰਦੇ ਹਾਂ। ਜ਼ਰੂਰ ਲਿਟਰੇਚਰ ਦਾ, ਕਿਤਾਬਾਂ ਦਾ ਸ਼ੌਕ ਸਾਨੂੰ ਸਾਰਿਆਂ ਨੂੰ ਹੈ ਜ਼ਰੂਰ। ਔਰ ਇਹ ਹੋਣਾ ਚਾਹੀਦਾ ਵੀ ਹੈ, ਪੱਕਾ। ਕਿਉਂਕਿ ਇਹਦੇ ਵਿੱਚ ਇਸ ਤਰ੍ਹਾਂ ਦੇ Knowledge। ਥਾਟਸ ਮਿਲਦੇ ਨੇ, ਇਸ ਤਰ੍ਹਾਂ ਦੀ ਨੌਲੇਜ ਮਿਲਦੀ ਆ, ਹਾਂ ਇਸ ਤਰ੍ਹਾਂ ਦਾ ਐਕਸਪੀਰੀਅੰਸ ਮਿਲਦਾ ਲੋਕਾਂ ਦਾ, ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਇੱਕ ਵਾਰੀ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਮਾਈ 50 years in film industry। ਗੁੱਡ। ਹੁਣ ਉਹ ਕਿਤਾਬ ਮੈਂ ਪੜ੍ਹੀ, ਉਹਦੇ 50 ਸਾਲਾਂ ਦਾ ਜਿਹੜਾ ਐਕਸਪੀਰੀਅੰਸ ਹੈ, ਉਹ ਰਸ਼ੀਅਨ ਡਾਇਰੈਕਟਰ ਹੈ ਇੱਕ, 50 ਸਾਲਾਂ ਦਾ ਐਕਸਪੀਰੀਅੰਸ ਮੈਂ 50 ਦਿਨਾਂ 'ਚ ਪੜ੍ਹ ਲਿਆ। ਯਾਨੀ ਕਿ ਉਹ ਪੂਰੀ ਜ਼ਿੰਦਗੀ ਦਾ ਨਿਚੋੜ ਮੇਰੇ ਕੋਲ 50 ਦਿਨਾਂ 'ਚ ਆ ਗਿਆ। ਵਧੀਆ ਗੱਲ। ਇਸ ਕਰਕੇ ਕਿਤਾਬਾਂ ਵਧੀਆ ਰਹਿੰਦੀਆਂ ਨੇ। ਹੁਣ ਅਮਰੀਕਾ ਦੇ ਵਿੱਚ ਬਦਲਾਅ ਨੂੰ ਰੋਕਣ ਲਈ ਕਿਤਾਬਾਂ ਸੈਂਸਰ ਵੀ ਕੀਤੀਆਂ ਜਾ ਰਹੀਆਂ ਨੇ, ਬੈਨ ਵੀ ਕੀਤੀਆਂ ਜਾ ਰਹੀਆਂ ਨੇ। ਹੁਣ ਇਹ ਗੱਲ ਸਮਝ ਨਹੀਂ ਆਉਂਦੀ ਕਿ ਕੋਈ ਬੰਦਾ ਆਪਣੇ ਵਿਚਾਰ ਦਿੰਦਾ ਹੈ, ਉਹਨੂੰ ਤੁਸੀਂ ਸੈਂਸਰ ਕਿਸ ਬੇਸ ਤੇ ਕਰਦੇ ਹੋ ਕਿ ਉਹ ਗਵਰਨਮੈਂਟ ਦੇ ਖਿਲਾਫ ਹੈ, ਜਾਂ ਬੈਨ ਕਿਸ ਬੇਸ ਤੇ ਕਰਦੇ ਹੋ, ਗਵਰਨਮੈਂਟ ਦੇ ਖਿਲਾਫ ਹੈ। ਸੇਮ ਫਿਲਮਾਂ ਨੂੰ ਵੀ ਬੈਨ ਕੀਤਾ ਜਾਂਦਾ ਹੈ। ਦੋ ਚੀਜ਼ਾਂ ਨੇ, ਗਵਰਨਮੈਂਟ ਦੇ ਖਿਲਾਫ ਹੈ ਕਿ ਦੇਸ਼ ਦੇ ਖਿਲਾਫ ਹੈ। ਦੇਸ਼ ਦੇ ਖਿਲਾਫ ਨਹੀਂ ਹੋਣਾ ਚਾਹੀਦਾ। ਗਵਰਨਮੈਂਟ ਦੇ ਖਿਲਾਫ ਦਾ ਮਤਲਬ ਇਹ ਹੈ ਕਿ ਕੋਈ ਨੀਤੀਆਂ ਨੇ, ਕੋਈ ਵਿਚਾਰਧਾਰਾ ਜਿਹਦੇ ਕੋਲ ਉਹ ਸਹਿਮਤ ਨਹੀਂ ਹੈਗਾ, ਉਹਨੇ ਕਿਤਾਬ ਵਿੱਚ ਜਾਂ ਫਿਲਮ ਦੇ ਵਿੱਚ ਉਹ ਗੱਲ ਕਹਿ ਦਿੱਤੀ। ਇਹ ਹੁਣ ਕੀ ਮਸਲਾ ਹੈ? ਬੈਨ ਕਿਉਂ ਕੀਤਾ ਜਾ ਰਿਹਾ ਕਿਤਾਬਾਂ ਨੂੰ, ਤੇ ਸੈਂਸਰ ਕਿਉਂ ਕੀਤਾ ਜਾ ਰਿਹਾ? ਇਹਦੇ ਵਿੱਚ ਇਹ ਹੈਗਾ ਕਿ ਜਿਹੜੇ ਆਉਣ ਵਾਲੀ ਜਨਰੇਸ਼ਨ ਆ, ਬੱਚੇ ਆ, ਉਹ ਇਹਨਾਂ ਨੂੰ ਪੜ੍ਹਨ ਲਈ ਬਹੁਤ ਜ਼ਿਆਦਾ ਉਤਾਵਲੇ ਆ, ਉਹਨਾਂ ਦੇ ਅੰਦਰ ਕਿਉਰਿਓਸਿਟੀ ਸੀ ਪੜ੍ਹਨ ਦੀ। ਪਰ ਜਦੋਂ ਕਿ ਪ੍ਰਸ਼ਾਸਨ ਨੂੰ ਜਾਂ ਸਕਾਲਰਸ ਨੂੰ ਜਾਂ ਜਿਹੜੇ ਉੱਥੋਂ ਦੇ ਨੀਤੀਵਾਨ ਨੇ, ਉਹਨਾਂ ਨੂੰ ਪਤਾ ਲੱਗਾ ਕਿ ਯੂਥ ਜਿਹੜਾ ਹੈ ਇਸ ਪਾਸੇ ਲੰਘ ਜੂਗਾ ਸਾਰਾ, ਜਿਹਦੇ ਵਿੱਚ ਬਾਇਓਗ੍ਰਾਫੀ ਉਹਨਾਂ ਲੋਕਾਂ ਦੀ, ਸ਼ਵੇਤ ਜਿਹੜੇ ਸਕਾਲਰ ਨੇ, ਉਹਨਾਂ ਦਾ ਜੀਵਨ ਕਥਾ ਹੈਗੀ, ਉਹਨਾਂ ਦਾ ਲਾਈਫ ਸਟੋਰੀ ਆ, ਉਹ ਸਾਰਾ ਕੁਝ ਹੈਗਾ। ਔਰ ਬੱਚੇ ਉਹਨਾਂ ਨੂੰ ਪੜ੍ਹਨਾ ਚਾਹੁੰਦੇ ਆ, ਕਿਉਂਕਿ ਉਹਨਾਂ ਨੇ, ਜਿੱਦਾਂ ਆਪਾਂ ਗੱਲ ਕੀਤੀ, ਉਹ ਜ਼ਮੀਨ ਤੋਂ ਉੱਠ ਕੇ ਉੱਪਰ ਆਏ ਆ, ਔਰ ਉਭਾਰ ਉਹਨਾਂ ਦਾ ਇਸੇ ਕਰਕੇ ਹੋਇਆ। ਉਹਨਾਂ ਨੇ ਕਈ ਤਰ੍ਹਾਂ ਦੀ ਸੰਘਰਸ਼ ਕੀਤੇ ਆ, ਔਰ ਉਹਨਾਂ ਦੀ ਜਿਹੜੀ ਬਾਇਓਗ੍ਰਾਫੀ ਉਹਨੂੰ ਤਾਂ ਬੈਨ ਵੀ ਕਰ ਦਿੱਤਾ, ਔਰ ਉਹਦੇ 'ਤੇ ਸੈਂਸਰ ਬੋਰਡ ਵੀ ਲਾਤਾ, ਜਾਂ ਡਿਲੀਟ ਕਰਕੇ ਕੱਢ ਦਿੱਤੀਆਂ ਗਈਆਂ ਉੱਥੋਂ, ਔਰ ਸੋਸ਼ਲ ਮੀਡੀਆ 'ਤੇ ਵੀ ਪਾਈਆਂ ਗਈਆਂ ਸੀ, ਉਹ ਤੋਂ ਵੀ ਇਹਨਾਂ ਨੇ ਰੋਕ ਲਾ ਦਿੱਤੀ ਹੈ। ਔਰ ਇਹਦੇ ਵਿੱਚ ਜਿਹੜੀ ਲਾਇਬ੍ਰੇਰੀ ਐਸੋਸੀਏਸ਼ਨ ਆ, ਉਹ ਇਹਦੇ ਵਿਰੋਧ 'ਚ ਆ ਗਈ ਆ, ਉਹ ਗੁੱਸੇ 'ਚ ਆ ਗਈ ਕਿ ਇਹ ਗਲਤ ਕੀਤਾ ਤੁਸੀਂ। ਲਾਇਬ੍ਰੇਰੀ ਦੇ ਵਿੱਚ ਬੱਚੇ ਆਉਣਗੇ, ਉਹਨਾਂ ਨੂੰ ਇਸ ਤਰ੍ਹਾਂ ਦਾ ਦਿਲਚਸਪੀ ਕ੍ਰੀਏਟ ਕਰੋ ਕਿ ਉਹ ਬੱਚੇ ਆ ਕੇ ਪੜ੍ਹਨ ਕਿਤਾਬਾਂ ਨੂੰ, ਕਿਉਂਕਿ ਕਿਤਾਬਾਂ ਐਡਵਾਂਸ ਕੰਟਰੀ ਹੈ, ਲੋਕ ਬੱਚੇ ਪੜ੍ਹਦੇ ਬਹੁਤ ਘੱਟ। ਬਿਲਕੁਲ, ਐਡਵਾਂਸ ਕੰਟਰੀ, ਐਡਵਾਂਸ ਸੋਚ ਵੀ ਹੋਣੀ ਚਾਹੀਦੀ ਹੈ। ਇਹ ਕਿਸ ਤਰ੍ਹਾਂ ਦੀਆਂ ਕਿਤਾਬਾਂ ਨੇ ਜਿਨ੍ਹਾਂ ਨੂੰ ਬੈਨ ਕੀਤਾ ਗਿਆ? ਇਹਦੇ ਵਿੱਚ ਜਿਹੜੀਆਂ ਉਹ ਕਿਤਾਬਾਂ ਨੇ ਜਿਨ੍ਹਾਂ ਦੇ, ਜਿਸ ਤਰ੍ਹਾਂ ਦੇ ਕੋਈ ਥਿੰਕਰ ਨੇ, ਜਿਹੜੇ ਸੰਘਰਸ਼ਮਈ ਜੀਵਨ 'ਚੋਂ ਗੁਜ਼ਰ ਕੇ, ਸ਼ਵੇਤ ਖਾਸ ਕਰਕੇ ਉਹ ਨੇ, ਜਿਹੜੇ ਸਕਾਲਰ ਲੋਕ ਸੀਗੇ, ਜਿਹੜੇ ਉੱਥੇ ਅਧਿਕਾਰੀ ਵੀ ਰਹੇ ਆ, ਉਹਨਾਂ ਦੀਆਂ ਲਿਖੀਆਂ ਕਿਤਾਬਾਂ ਹੈਗੀਆਂ। ਖਾਸ ਕਰਕੇ ਇਹ ਨਸਲਵਾਦ ਦੀ ਗੱਲ ਹੈਗੀ ਆ, ਉੱਥੇ ਆ ਕੇ ਟਿਕਦੀ ਆ, ਔਰ ਉਹ ਉਸ ਦੇਸ਼ ਤੋਂ ਤਾਂ ਬਿਲੋਂਗ ਕਰਦੇ ਆ, ਉੱਥੇ ਰਹਿੰਦੇ ਵੀ ਆ, ਪਰ ਉਹਨਾਂ ਨੂੰ ਸ਼ਵੇਤ ਕਰਕੇ ਇਹਨਾਂ ਨੇ ਵਿਤਕਰਾ ਕੀਤਾ ਹੈਗਾ ਕਿ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਬੈਨ ਕਰ ਦਿੱਤੀਆਂ ਜਾਣ, ਉਹਨਾਂ ਦੇ ਚੈਪਟਰ ਵਿੱਚੋਂ ਡਿਸਕਲੋਜ਼ ਕਰ ਦਿੱਤੇ ਜਾਣ। ਕਈ ਕਿਤਾਬਾਂ ਨੇ, ਐਮਾ, ਅੰਕਲ ਟੌਮਸ ਕੈਬਿਨ, ਇਹ ਸਾਰੀਆਂ ਉੱਤੇ ਆਉਂਦੀਆਂ ਨੇ ਕਿ ਜਿਹੜੀ ਗੁਲਾਮੀ ਰਹੀ ਹੈ, ਜਦੋਂ ਇਨਸਾਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ, ਇਸ ਇਨਸਾਨਾਂ ਨੂੰ ਵੇਚਿਆ ਜਾਂਦਾ ਸੀ, ਖਰੀਦਿਆ ਜਾਂਦਾ ਸੀ ਪਸ਼ੂਆਂ ਵਾਂਗ। ਖਾਸ ਕਰਕੇ ਇਹਦੇ 'ਚ ਬਲੈਕ ਪੀਪਲ ਆਉਂਦੇ ਨੇ, ਜਿਹੜੇ ਕਾਲੇ ਲੋਕ ਨੇ, ਉਹਨਾਂ ਨੂੰ ਰੱਖਿਆ ਜਾਂਦਾ ਸੀ ਇੱਦਾਂ ਆਪਣੇ ਵਰਕਰਸ ਬਣਾ ਕੇ। ਔਰ ਭਾਰਤ ਦੇ ਵਿੱਚ ਵੀ ਇਹ ਰਿਹਾ ਹੈ, ਦਾਸੀਆਂ ਖਰੀਦੀਆਂ ਜਾਂਦੀਆਂ ਨੇ, ਵੇਚੀਆਂ ਜਾਂਦੀਆਂ ਨੇ। ਰਾਜੇ ਮਹਾਰਾਜੇ ਤਾਂ ਆਪਣੇ ਮੁੰਡੇ ਕੁੜੀਆਂ ਦੇ ਵਿਆਹ ਦੇ ਵਿੱਚ ਦਾਸੀਆਂ ਨਾਲ ਭੇਜਦੇ ਹੁੰਦੇ ਸੀ, ਨਾਲ ਭੇਜਦੇ। ਉਹ ਸਲੇਵ ਪਰੰਪਰਾ ਚੱਲਦੀ ਸੀ ਨਾ, ਸਲੇਵ ਪਰੰਪਰਾ ਸੀ। ਇੱਕ ਰਾਜਾ ਦੂਜੇ ਰਾਜਾ ਨੂੰ ਜਿੱਤ ਗਿਆ, ਤੇ ਜਿਹੜਾ ਹਾਰਿਆ ਹੋਇਆ ਰਾਜਾ ਉਹ ਪ੍ਰਜਾ ਉਹਦੀ ਸਲੇਵ, ਉਹਦੀ ਦਾਸ ਬਣ ਗਈ ਜਿੱਤੇ ਹੋਏ ਰਾਜਾ ਦੀ। ਦਸਤੋਵਸਕੀ ਦਾ ਹੈਗਾ ਮਦਰ, ਉਹ ਨਾਵਲ ਔਰ ਉਹ ਕਿਤਾਬ ਰਸ਼ੀਆ ਦਾ ਚੱਲੀ ਆ, ਰਸ਼ੀਆ ਦੇ ਦਸਤੋਵਸਕੀ ਉਹਨਾਂ ਦਾ ਸੀ, ਔਰ ਉਹ ਅਜੇ ਤੱਕ ਵੀ ਲੋਕ ਉਹਨੂੰ ਪਹਿਲੋਂ ਪੜ੍ਹਦੇ ਜ਼ਰੂਰ। ਔਰ ਸ਼ੇਕਸਪੀਅਰ ਦਾ ਜਿਹੜਾ ਕੁਛ ਇਤਿਹਾਸ ਆ ਜਾਂ ਉਹਦਾ ਸਾਰਾ ਸੈੱਟ ਆ, ਉਹ ਅੱਜ ਕੱਲ੍ਹ ਤਾਂ ਵੈਸੇ ਸਾਡੇ ਸਿਲੇਬਸਾਂ ਵਿੱਚ ਵੀ ਲਿਖਿਆ। ਵਰਲਡ ਵਰਥ ਦੇਖ ਲਓ। ਔਰ ਇਹ ਜੇ ਅਸੀਂ ਕੱਲ੍ਹ ਨੂੰ ਇਹਨਾਂ 'ਤੇ ਬੈਨ ਕਰ ਦਈਏ, ਨਹੀਂ ਜੀ ਇਹ ਇੰਡੀਆ ਦੀ ਕਲਚਰ ਨਹੀਂ ਗਾ, ਇੰਡੀਆ ਤੋਂ ਬਾਹਰ ਦੀ ਗੱਲ ਹੈ, ਕਿ ਫਿਰ ਅਸੀਂ ਅੰਧਾ ਧੁੰਦ ਦੂਸਰੇ ਪਾਸੇ ਆ ਜਾਵਾਂਗੇ, ਜਿੱਥੇ ਇੱਕ ਅਗਿਆਨ ਦਾ ਵਾਸਾ ਹੈਗਾ, ਜਿੱਥੇ ਨੌਲੇਜ ਨਹੀਂ ਹੈਗਾ, ਉਸ ਪਾਸੇ ਬੱਚਿਆਂ ਨੂੰ ਧਕੇਲ ਦਾਂਗੇ। ਔਰ ਬੱਚਿਆਂ ਦੇ ਅੱਗੇ ਪੜ੍ਹਨ ਦੀ ਰੁਚੀ ਤਾਂ ਵੈਸੇ ਵੀ ਘਟ ਗਈ ਹੈ, ਲਾਇਬ੍ਰੇਰੀਆਂ ਦੇ ਵਿੱਚ ਨਹੀਂ ਜਾ ਰਹੇ ਬੱਚੇ, ਸੋਸ਼ਲ ਮੀਡੀਆ ਨੂੰ ਦੇਖ ਰਹੇ ਆ ਬਸ। ਵੈਸੇ ਸਾਰੀਆਂ ਸੋਸ਼ਲ ਮੀਡੀਆ 'ਤੇ ਕਿਤਾਬਾਂ ਮਿਲਦੀਆਂ, ਅਵੇਲੇਬਲ ਹੈ, ਕੋਈ ਕਿਤਾਬ ਦਾ ਤੁਸੀਂ ਨਾਂ ਲਿਖ ਦਿਓ ਆ ਜਾਂਦੀ ਹੈ, ਉਹਦੇ ਚੈਪਟਰ ਆ ਜਾਂਦੇ ਆ। ਔਰ ਜਿਸ ਤਰ੍ਹਾਂ ਜਿਹੜਾ ਆਪਾਂ ਕਈ ਕਿਤਾਬਾਂ ਪੜ੍ਹ ਰਹੇ ਹਾਂ, ਹੋਰ ਵੀ ਪੀਬੀ ਸ਼ੈਲੇ ਦੀਆਂ ਕਿਤਾਬਾਂ ਨੇ, ਨੇਚਰ ਪੋਇਟ ਨਾਲ ਜਿਹੜੇ ਉਹਨਾਂ ਦੀਆਂ ਕਿਤਾਬਾਂ ਬਹੁਤ ਨੇ, ਲਿਓ ਟੋਲਸਟੋਏ, ਜਾਰਜ ਬਰਨਰਡ ਸ਼ਾਅ, ਜਿਹਨਾਂ ਦੇ ਪੜ੍ਹ ਕੇ ਬਗਾਵਤਾਂ ਹੋ ਸਾਡੇ ਭਾਰਤ ਦੇ ਕਈ ਹੈਗੇ ਨੇ, ਆਰ ਕੇ ਨਾਰਾਇਣਾ ਬਹੁਤ ਵਧੀਆ, ਰਵਿੰਦਰਨਾਥ ਟੈਗੋਰ ਦੀਆਂ ਕਿਤਾਬਾਂ, ਮੁਲਕ ਰਾਜ ਆਨੰਦ ਬਹੁਤ ਅੱਛੇ ਨੇ। ਸੋ ਬਹੁਤ ਅੱਛੇ ਅੱਛੇ ਰਾਈਟਰ ਸਾਡੇ ਇੱਥੇ ਬੈਠੇ ਨੇ। ਮਤਲਬ ਇਹ ਹੈ ਕਿ ਜਿਹੜਾ ਬੰਦਾ ਕੁਦਰਤੀ ਹੈ, ਕੁਦਰਤ ਦੇ ਬਾਰੇ ਸੋਚਦਾ ਹੈ, ਕੁਦਰਤੀ ਇਨਸਾਨ ਨੂੰ ਅੱਗੇ ਲਿਆਉਣਾ ਚਾਹੁੰਦਾ ਹੈ ਕਿ ਇਨਸਾਨ ਕੁਦਰਤੀ ਵਤੀਰਾ ਰੱਖੇ, ਬਿਲਕੁਲ ਬਿਲਕੁਲ, ਗੈਰ ਕੁਦਰਤੀ ਚੀਜ਼ਾਂ ਨਾ ਹੋਣ, ਉਹ ਬੰਦਾ ਜਿੱਥੇ ਵੀ ਬੈਠਾ ਹੋਏਗਾ ਦੁਨੀਆ ਦੇ ਵਿੱਚ, ਉਹਦੀ ਰਾਈਟਿੰਗ ਇੱਕੋ ਜਿਹੀ ਹੁੰਦੀ ਹੈ। ਸਹੀ ਗੱਲ, ਕਿਉਂਕਿ ਉਹ ਸਮਾਜ ਪੱਖੀ ਹੁੰਦਾ ਹੈ। ਹੁਣ ਜਿੱਥੇ ਰੇਸਿਜ਼ਮ ਦੀ ਗੱਲ ਆ ਗਈ ਕਿ ਇੱਕ ਬੰਦਾ ਨੂੰ ਤੁਸੀਂ ਦਬਾ ਕੇ ਰੱਖਿਆ,
ਉਹ ਬੰਦਾ ਮਿਹਨਤ ਕਰਕੇ ਅੱਗੇ ਆ ਗਿਆ ਤੇ ਉਹਨੇ ਆਪਣੀ ਜੀਵਨੀ ਲਿਖ ਦਿੱਤੀ ਕਿ ਮੈਂ ਕਿਹੜੇ ਹਾਲਾਤਾਂ ਚੋਂ ਨਿਕਲਿਆ ਤੇ ਉਹ ਕਿਸੇ ਨੂੰ ਰਾਸ ਨਹੀਂ ਆਈ, ਕਿਸੇ ਨੂੰ ਪਸੰਦ ਨਹੀਂ ਆਈ ਕਿ ਇਹ ਤੇ ਸਿੱਧੀ ਚੋਟ ਸਾਡੀ ਜਾਤੀ ਦੇ ਉੱਤੇ ਜਾਂ ਸਾਡੇ ਧਰਮ ਦੇ ਉੱਤੇ ਹੈ ਨਾ, ਸਾਡੀ ਪਰੰਪਰਾ ਜਿਹੜੀ ਚੱਲਦੀ ਰਹੀ ਉਹਦੇ ਉੱਤੇ ਚੋਟ ਹੈ। ਇਹ ਤਾਂ ਨਵੀਂ ਗੱਲ ਕਰਦਿਆ ਪਿਆ, ਇਹ ਨਾਲ ਤੇ ਸਮਾਜ ਪਰਿਵਰਤਨ ਹੋ ਜਾਏਗਾ, ਇੱਕ ਕ੍ਰਾਂਤੀ ਆ ਜਾਏਗੀ। ਜੋ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਫਿਰ ਉਹਨੂੰ ਦਬਾਉਣ ਦੀ ਕੋਸ਼ਿਸ਼, ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਗੱਲ ਕਰੀਏ ਤਾਂ ਸਾਡੇ ਵਿੱਚ ਵੀ ਜਿਹੜੇ ਕਿੱਸੇ ਨੇ ਜਾਂ ਪੁਰਾਣੇ ਪ੍ਰਾਚੀਨ ਜਿਹੜੀਆਂ ਗਾਥਾ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਪ੍ਰੇਮ ਭਾਵ ਨਾਲ, ਜਿਹੜੀਆਂ ਉਸ ਟਾਈਮ ਦੀਆਂ ਕਿਤਾਬਾਂ ਨੇ, ਉਹ ਖਾਸ ਕਰਕੇ ਮੁਸਲਮਾਨਾਂ ਨੇ ਬਹੁਤ ਲਿਖੀਆਂ। ਵਾਰਿਸ ਸ਼ਾਹ ਜਿਹਨੂੰ ਕਹਿੰਦੇ ਆ, ਉਹਦੀ ਹੀਰ ਆ ਜਿਹੜੀ ਐਸੀ ਮਕਬੂਲ ਹੋਈ ਆ ਔਰ ਇੰਨੇ ਲੋਕਾਂ ਨੇ ਉਹਦਾ ਬੈਂਤ 'ਚ ਲਿਖੀ ਗਈ ਆ ਔਰ ਉਹਨੂੰ ਹਰ ਇੱਕ ਬੰਦੇ ਨੇ ਪੜ੍ਹਿਆ। ਜੇ ਕੱਲ੍ਹ ਨੂੰ ਕਹਿੰਦੇ ਜੀ ਉਹ ਮੁਸਲਮਾਨ ਉਹਨੇ ਉਹਦੇ ਇੱਧਰ ਕਿਉਂ ਅਸੀਂ ਕਰੀਏ, ਉਹਨੂੰ ਬੈਨ ਕਰ ਦਈਏ, ਗਲਤ ਹੈਗਾ। ਪੀਲੂ ਦਾ ਮਿਰਜ਼ਾ ਜਿਹੜਾ ਹੈਗਾ, ਉਹਨੇ ਸੱਦ ਲਿਰਿਕਲ ਕਰਾਈ ਇੱਕ ਮੀਟਰ ਹੁੰਦਾ, ਉਹਦੇ 'ਚ ਲਿਖਿਆ। ਔਰ ਅੰਗਰੇਜ਼ ਸੀਗਾ ਜਿਹਨੇ ਇਕੱਠੇ ਕਰਕੇ ਸਾਰੀ ਕਲੈਕਸ਼ਨ ਕਰਕੇ ਫਿਰ ਉਹਦਾ ਕਿੱਸਾ ਬਣਾਇਆ ਹੈਗਾ। ਹਾਸ਼ਮ ਦੀ ਸੱਸੀ ਸਾਰੇ ਮੁਸਲਮਾਨ ਹੈਗਾ ਔਰ ਉਹ ਉਦੋਂ ਤਾਂ ਡਿਵਾਈਡਡ ਪੰਜਾਬ ਸੀ। ਔਰ ਸਾਡਾ ਜਿਹੜਾ ਇਸ ਵਕਤ ਇਹ ਡਿਬੇਟ ਚੱਲਦਾ ਪਿਆ ਹੈ, ਭਾਰਤ ਦਾ ਨਾ ਇੰਡੀਆ ਹੋਣਾ ਚਾਹੀਦਾ, ਇੰਡੀਆ ਅੰਗਰੇਜ਼ਾਂ ਨੇ ਰੱਖਿਆ, ਅੰਗਰੇਜ਼ਾਂ ਨੇ ਨਹੀਂ ਰੱਖਿਆ। ਕਿਤੇ ਸਿਕੰਦਰ ਦੇ ਟਾਈਮ ਉਸ ਪੁਰਾਣੀ ਪਰੰਪਰਾ, ਇੰਦਸ ਵੈਲੀ, ਇੰਦਸ ਰਿਵਰ, ਉਹਨਾਂ ਦੀ ਭਾਸ਼ਾ ਅਲੱਗ ਹੈ, ਉੱਥੇ ਉਹਨੂੰ ਇਦਾਂ ਪ੍ਰੋਨਾਉਂਸ ਕੀਤਾ ਜਾਂਦਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਹਜ਼ਾਰਾਂ ਸਾਲ ਤੋਂ ਇੰਡੀਆ ਦਾ ਨਾਂ ਇੰਡੀਆ ਇੰਦਸ ਤੋਂ ਪਿਆ, ਹਜ਼ਾਰਾਂ ਸਾਲ ਪੁਰਾਣੀਆਂ ਗੱਲਾਂ ਨੇ। ਸੋ ਰਾਈਟਿੰਗਸ ਨੇ ਇਹ ਸਾਰੀਆਂ ਔਰ ਸਾਨੂੰ ਉਹਦਾ ਪਿਛੋਕੜ ਦੇਖਣਾ ਚਾਹੀਦਾ ਕਿ ਇਹ ਕਿਉਂ ਲਿਖੀਆਂ ਗਈਆਂ। ਜੇ ਕਿਸੇ ਬੰਦੇ ਨੇ ਆਪਣੀ ਜੀਵਨੀ ਲਿਖੀ ਹੈ ਕਿ ਉਹ ਕਿਹੜੇ ਹਾਲਾਤਾਂ ਵਿੱਚੋਂ ਨਿਕਲ ਕੇ, ਜਿੱਦਾਂ ਹੁਣ ਮਿਸੀਸਿਪੀ ਦੀ ਗੱਲ ਕਰੋ, ਮਿਸੀਸਿਪੀ ਦਾ ਇਲਾਕਾ ਉੱਥੇ ਗੁਲਾਮੀ ਜ਼ਿਆਦਾ ਸੀ। ਜਿਵੇਂ ਇੱਥੇ ਭਾਰਤ ਵਿੱਚ ਲਿਖਿਆ ਹੋਇਆ ਸੀ, ਇੰਡੀਅਨਸ ਐਂਡ ਡੌਗਸ ਆਰ ਨਾਟ ਅਲਾਉਡ, ਕੁੱਤੇ ਤੇ ਭਾਰਤੀ ਨਹੀਂ ਆ ਸਕਦੇ। ਉਹਨਾਂ ਨੂੰ ਭੁਲਾ ਦਈਏ, ਉਹਨੂੰ ਕਿੱਦਾਂ ਬਦਲਣਗੇ। ਔਰ ਜਦੋਂ ਵਾਸਕੋ ਡੀ ਗਾਮਾ ਨੇ ਭਾਰਤ ਦੀ ਖੋਜ ਕੀਤੀ ਆ, ਕੋਲੰਬਸ ਨੇ ਜਿਹੜਾ ਉੱਥੇ ਕੋਲੰਬਸ ਨੇ ਕੀਤੀ ਹੈ, ਅਮਰੀਕਾ ਤੱਕ ਖੋਜ ਹੋਈ, ਉਹਨਾਂ ਦਾ ਨਾਂ ਉਹਨਾਂ ਦੇ ਰੱਖਿਆ ਹੈਗਾ। ਚੀਨੀ ਯਾਤਰੀ ਇੰਡੀਆ ਆਉਂਦੇ ਰਹੇ ਇੰਡੀਆ ਦੇ ਨਾਂ 'ਤੇ, ਜਿੱਦਾਂ ਫਾਹਿਆਨ, ਹਿਊਨ ਸਾਂਗ, ਉਹਨਾਂ ਨੇ ਸਾਰਿਆਂ ਨੇ ਵੇਖ ਕੇ ਯਾਤਰਾ ਕੀਤੀ ਹੈਗੀ ਤੇ ਕਿੱਦਾਂ ਬਦਲ ਦੋਗੇ ਇੰਡੀਆ ਹੀ ਕਿਹਾ ਉਹਨਾਂ ਨੇ ਉਸ ਟਾਈਮ 'ਤੇ ਵੀ। ਗੱਲ ਇਹੀ ਹੈ ਨਾ ਕਿ ਤੁਸੀਂ ਅੱਜ ਦੇ ਸਮੇਂ ਦੇ ਮੁਤਾਬਿਕ ਇਤਿਹਾਸ ਨੂੰ ਬਦਲਣਾ ਚਾਹੁੰਦੇ ਹੋ ਔਰ ਉਸ ਤਰ੍ਹਾਂ ਬਦਲਣਾ ਚਾਹੁੰਦੇ ਹੋ ਜਿਹੜਾ ਤੁਹਾਨੂੰ ਸੂਟ ਕਰਦਾ ਹੈ। ਇਹ ਨਹੀਂ ਹੋ ਸਕਦਾ। ਰਾਜਨੀਤੀ ਦੇ ਵਿੱਚ, ਰਾਜਨੀਤੀ ਦੇ ਪਰਦੇ ਵਿੱਚ ਜਿਹੜਾ ਸੂਟ ਕਰਦਾ, ਉਸ ਨੂੰ ਇਹਨਾਂ ਨੇ ਅੱਗੇ ਤਰਜੀਹ ਦਿੱਤੀ ਆ। ਕਲਚਰ ਨਾਲ, ਸੱਭਿਆਚਾਰ ਨਾਲ, ਉਹਦੇ ਉਥਾਨ ਨਾਲ, ਉਹਦੇ ਆਭਾਰ ਨਾਲ, ਉਹਦੇ ਸਾਰੇ ਚੌਗਿਰਦੇ ਨਾਲ ਕੋਈ ਸੰਬੰਧ ਨਹੀਂ। ਇਹਨਾਂ ਦਾ ਸੰਬੰਧ ਹੈਗਾ ਰਾਜਨੀਤੀ ਨਾਲ। ਉਹਨੂੰ ਕਿਸ ਤਰ੍ਹਾਂ ਉਥਲ ਕਰਨਾ, ਉਹਨੂੰ ਕਿਸ ਤਰ੍ਹਾਂ ਤੋੜਨਾ ਹੈਗਾ, ਬੱਚਿਆਂ ਨੂੰ ਕੋਈ ਪਤਾ ਨਹੀਂ ਲੱਗੇ। ਬਿਲਕੁਲ। ਔਰ ਦੇਖੋ ਨਾ, ਇੱਕ ਛੋਟੀ ਜੀ ਉਦਾਹਰਨ ਹੈ, ਇੱਕ ਜੱਜ ਸਾਹਿਬ, ਉਹਦੇ ਪਿਤਾ ਜੀ ਸਾਈਕਲ ਰਿਪੇਅਰ ਦੀ ਦੁਕਾਨ ਹੈ ਔਰ ਉਹ ਸਾਈਕਲ ਰਿਪੇਅਰ ਕਰਨ ਵਾਲੇ ਇਨਸਾਨ ਦੇ ਬੱਚੇ ਨੇ ਇੰਨੀ ਪੜ੍ਹਾਈ ਲਿਖਾਈ, ਇੰਨੀ ਮਿਹਨਤ, ਇੰਨੀ ਤਰੱਕੀ ਕੀਤੀ ਕਿ ਉਹ ਜੱਜ ਸਾਹਿਬ ਬਣ ਗਏ। ਹੁਣ ਉਹ ਜੱਜ ਸਾਹਿਬ ਕੀ ਕਹਿਣ ਕਿ ਜਿਹੜਾ ਮੇਰਾ ਪਿਛੋਕੜ ਹੈ, ਮੈਂ ਪਿਤਾ ਜੀ ਦੀ ਗੱਲ ਕਰਨਾ ਬੰਦ ਕਰ ਦਿਆਂ, ਪਿਤਾ ਜੀ ਮੇਰਾ ਇਤਿਹਾਸ ਨੇ, ਉਹਦੇ ਸਿਰ ਤੇ ਤਾਂ ਮੈਂ ਬਣਿਆ, ਬਿਲਕੁਲ ਉਹਦੀ ਮੈਂ ਗੱਲ ਕਰਨਾ ਬੰਦ ਕਰ ਦਿਆਂ ਕਿਉਂਕਿ ਮੈਂ ਜੱਜ ਹਾਂ ਤੇ ਮੇਰੇ ਪਿਤਾ ਜੀ ਸਾਈਕਲ ਰਿਪੇਅਰ ਦੀ ਦੁਕਾਨ ਹੈ। ਇਹ ਤਾਂ ਮੇਰੇ ਵਾਸਤੇ ਸ਼ਰਮ ਦੀ ਗੱਲ ਹੈ, ਇਹ ਮੈਨੂੰ ਸੂਟ ਨਹੀਂ ਕਰਦੀ, ਮੇਰੇ ਸਟੇਟਸ ਨੂੰ, ਮੇਰੇ ਰੁਤਬੇ ਨੂੰ ਸੂਟ ਨਹੀਂ ਕਰਦੀ। ਇਹ ਤੇ ਫਿਰ ਬਿਲਕੁਲ ਜਿਹਨੂੰ ਕਹਾਂਗੇ ਬੇਅਕਲਾਂ ਵਾਲੀ ਗੱਲ ਹੋ ਗਈ ਨਾ। ਜਿੱਥੋਂ ਨਿਕਲੇ ਉਹ ਗੱਲ ਤਾਂ ਤੁਹਾਨੂੰ ਯਾਦ ਰਹਿਣੀ ਚਾਹੀਦੀ, ਮੈਂ ਕਿੱਥੋਂ ਨਿਕਲ ਕੇ ਆਇਆ। ਚਲੋ ਆਪਾਂ ਅੱਗੇ ਚੱਲੀਏ ਜ਼ਰੂਰ, ਕਿਉਂਕਿ ਜਦੋਂ ਤੱਕ ਅਸੀਂ ਆਪਣੇ ਇਤਿਹਾਸ ਨੂੰ ਨਹੀਂ ਜਾਣਦੇ, ਅਸੀਂ ਵਰਤਮਾਨ ਨੂੰ ਡਿਜ਼ਾਈਨ ਨਹੀਂ ਕਰ ਸਕਦੇ ਔਰ ਉਹਦੇ ਵਿੱਚੋਂ ਵਧੀਆ ਫਿਊਚਰ ਅਸੀਂ ਕਿੱਥੋਂ ਕੱਢਣਾ ਹੈ। ਸੋ ਹਮੇਸ਼ਾ ਇਹੀ ਗੱਲ ਰਹੀ ਹੈ। ਹੁਣ ਭਾਰਤ ਦੇ ਵਿੱਚ ਜਿਹੜਾ ਇੰਡੀਆ ਗੱਠਜੋੜ ਹੋਇਆ ਹੈ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਟੀਵੀ ਐਂਕਰਸ ਨੇ, ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਪੇਡ ਮੀਡੀਆ ਹੈ, ਇਹਦੇ ਵਿੱਚ ਜੋ ਰੂਲਿੰਗ ਪਾਰਟੀਆਂ ਨੇ ਉਹ ਆਪਣੀ ਆਈ ਚਲਾਈ ਕਰਵਾ ਜਾਂਦੀਆਂ ਨੇ, ਉਹਨਾਂ ਐਂਕਰਸ ਦੇ ਜ਼ਰੀਏ, ਉਹਨਾਂ ਨਿਊਜ਼ ਚੈਨਲ ਦੇ ਜ਼ਰੀਏ ਆਪਣਾ ਏਜੰਡਾ ਚਲਾਉਂਦੀਆਂ ਪਈਆਂ ਨੇ। ਦੇਸ਼ ਦੀ ਕੋਈ ਗੱਲ ਹੀ ਨਹੀਂ ਹੋ ਰਹੀ। ਤੇ ਇੰਡੀਆ ਗੱਠਜੋੜ ਨੇ ਕਿਹਾ ਕਿ 14 ਟੀਵੀ ਐਂਕਰ ਇੱਦਾਂ ਦੇ ਨੇ ਜਿਨ੍ਹਾਂ ਦਾ ਅਸੀਂ ਬਾਈਕਾਟ ਕਰਾਂਗੇ, ਉਹਨਾਂ ਦੇ ਸ਼ੋਅ ਦਾ ਅਸੀਂ ਬਾਈਕਾਟ ਕਰਾਂਗੇ ਕਿਉਂਕਿ ਉਹ ਏਜੰਡਾ ਲੈ ਕੇ ਚੱਲਦੇ ਨੇ ਰੂਲਿੰਗ ਪਾਰਟੀ ਦਾ, ਉਹ ਦੇਸ਼ ਦੀ ਗੱਲ ਕੋਈ ਨਹੀਂ ਕਰਦੇ। ਇਹ ਇੰਡੀਆ ਗੱਠਜੋੜ ਦਾ ਕਹਿਣਾ ਹੈ। ਹਾਂ, ਇਹਨਾਂ ਦੀ ਫੌਰੀ ਤੌਰ 'ਤੇ ਹੁਣੇ ਮੀਟਿੰਗ ਹੋਈ ਸੀਗੀ ਔਰ ਮੀਟਿੰਗ ਦੇ ਵਿੱਚ ਇਹਨਾਂ ਨੇ ਇਹੀ ਜਿਹੜਾ ਫਾਈਨਲ ਕੀਤਾ ਕਿ ਜਿਹੜੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ, ਗੁੰਮਰਾਹ ਕਰ ਰਹੇ ਨੇ ਐਂਕਰਸ, ਜਿਹੜੇ 14 ਟੀਵੀ ਚੈਨਲ ਆ, ਉਹਨਾਂ 'ਤੇ ਉਹ ਇਕੱਠੇ ਬੋਲਦੇ ਆ ਔਰ ਇਕੱਲੇ ਗੱਲ ਕਰਦੇ ਆ ਔਰ ਉਹਦੇ ਵਿੱਚ ਜਿਹਦੇ ਪਿੱਛੇ ਕੋਈ ਵੀ ਸੱਚ ਦਾ ਤੱਤ ਨਹੀਂ ਹੁੰਦਾ ਔਰ ਉਹ ਜਿਹੜੀਆਂ ਚੀਜ਼ਾਂ ਆਪ ਕ੍ਰੀਏਟ ਕਰਕੇ ਬੋਲਦੇ ਆ ਔਰ ਨਾ ਕੋਈ ਗੱਲ ਹੋਈ ਹੁੰਦੀ ਆ। ਔਰ ਇਹਨਾਂ ਨੇ ਕਈ ਤਾਂ ਇਹ ਵੀ ਕਿਹਾ ਕਿ ਉਹਦੇ 'ਚ ਕਈ ਪਾਲਿਸੀਜ਼ ਜਿਹੜੀਆਂ ਹੈਗੀਆਂ ਕਿਤੇ ਇੰਪਲੀਮੈਂਟ ਹੋਈਆਂ ਨਹੀਂ, ਉਹਨਾਂ ਬਾਰੇ ਵੀ ਬੋਲਦੇ ਆ ਕਿਉਂਕਿ ਇਹਨਾਂ ਨੇ ਉਹਨਾਂ ਕੋਲ ਪੈਸਾ ਪਰੋਸਿਆ ਗਿਆ ਥਾਲੀਆਂ ਦੇ ਵਿੱਚ ਔਰ ਇਹਨਾਂ ਨੇ ਉਹ ਕਮਾਇਆ ਪੈਸਾ। ਇਸ ਕਰਕੇ ਇਹਨਾਂ ਨੇ ਕਿਹਾ ਤਾਂ ਕਿ ਬਾਈਕਾਟ ਕਰੋ। ਇਹਨਾਂ ਨੇ ਬਾਈਕਾਟ ਕਰਤਾ ਕਿ ਉਹ ਚੈਨਲ ਦੇ ਐਂਕਰ ਜਿਹੜੇ ਬੋਲਣਗੇ ਉਹ ਬਾਈ ਨੇਮ ਆ, ਉਹਨਾਂ ਦੇ ਨਾਂ ਲਏ ਇਹਨਾਂ ਨੇ। ਹੁਣ ਆਪਾਂ ਆਪਣੇ ਚੈਨਲ 'ਤੇ ਨਹੀਂ ਨਾਂ ਲਵਾਂਗੇ ਔਰ 14
ਜਿਹੜੇ ਐਂਕਰ ਨੇ ਉਹਨਾਂ ਦੇ ਨਾਂ ਲੈ ਗਏ ਆ ਵੀ ਆਹ ਐਂਕਰਸ ਹੈਗੇ, ਇਹਨਾਂ ਦੇ ਸ਼ੋਅ ਹੈਗੇ ਆ। 1-2 ਐਂਕਰਾਂ ਦੇ ਪਹਿਲਾਂ ਕੇਸ ਹੀ ਹੋਇਆ ਸੀਗਾ। 2 ਐਂਕਰ, ਇੱਕ ਲੇਡੀ ਸੀ, ਇੱਕ ਦੂਸਰੇ ਸੀਗੇ, ਉਹਨਾਂ 'ਤੇ ਵੀ ਕੋਈ ਇਸ ਤਰ੍ਹਾਂ ਦਾ ਹੋਇਆ ਸੀ ਜਿਸ 'ਚ ਡਿਸਕਸ਼ਨ ਸੀਗੀ। ਔਰ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਚਾਹੀਦਾ। ਜਿਹੜਾ ਮੀਡੀਆ ਹੈਗਾ, ਇਲੈਕਟ੍ਰੋਨਿਕਸ ਮੀਡੀਆ, ਇਹ ਤਾਂ ਲੋਕਤੰਤਰ ਦਾ ਥੰਮ ਹੈਗਾ। ਔਰ ਜੇ ਅਖਬਾਰਾਂ ਹੀ ਬਾਇਸ ਹੋ ਕੇ ਲਿਖੀ ਜਾਣਗੀਆਂ, ਜੇ ਚੈਨਲ ਹੀ ਜੇ ਬਾਇਸ ਹੋ ਕੇ ਲਿਖਣਗੇ, ਫਿਰ ਇਹਨਾਂ ਲੋਕਾਂ ਨੂੰ ਕੋਈ ਇਨਫੋਰਮੇਸ਼ਨ ਦੇਣੀ ਹੈ। ਲੋਕ ਇਹਨਾਂ 'ਤੇ ਬਿਲਕੁਲ ਵਿਸ਼ਵਾਸ ਨਾਲ ਚੱਲਦੇ ਆ। ਔਰ ਜਿਹੜੇ ਐਂਕਰ ਆ ਟੈਲੀਵਿਜ਼ਨ 'ਚ ਵੀ, ਜਿਹੜੇ ਐਂਕਰ ਨੇ ਉਹਨਾਂ ਨੂੰ ਪਹਿਲਾਂ ਜਿਹੜੇ ਡਾਇਰੈਕਟਰ ਆ ਉਹ ਉਹਨਾਂ ਨੂੰ ਸੰਖੇਪ ਕਰਦੇ ਆ, ਉਹਨਾਂ ਨੂੰ ਦੱਸਦੇ ਆ ਕਿ ਆਹ ਤੁਹਾਡੀ ਲਾਈਨ ਹੈ, ਇੱਥੇ ਬੋਲਣਾ ਹੈਗਾ, ਆਹ ਸ਼ਬਦਾਵਲੀ ਹੈਗੀ ਆ। ਔਰ ਦੂਰਦਰਸ਼ਨ 'ਤੇ ਤਾਂ ਪਹਿਲਾਂ ਹੁੰਦਾ ਸੀ, ਜਦੋਂ ਚੈੱਕ ਕਰਦੇ ਸੀਗੇ, ਲਿਖਦੇ ਹੁੰਦੇ ਸੀ ਸਾਰਾ ਕੁਝ ਲਿਖ ਕੇ, ਉਹ ਸਾਈਨ ਪ੍ਰੋਡਿਊਸਰ ਦੇ ਸਾਈਨ ਹੁੰਦੇ ਸੀ। ਔਰ ਦੂਰਦਰਸ਼ਨ 'ਤੇ ਚਲੋ ਗੌਰਮੈਂਟ ਦਾ ਮੀਡੀਆ ਦੇ 'ਤੇ ਕੋਈ ਵਾਧੂ ਘਾਟੂ ਗੱਲ ਬਹੁਤ ਘੱਟ ਹੁੰਦੀ ਆ। ਜਿੰਨੀ ਵੀ ਪਾਲਿਸੀ ਗੌਰਮੈਂਟ ਦੀ ਉਹ ਹਾਈਲਾਈਟ ਹੁੰਦੀ ਹੈ ਜੈਨੂਨ ਤਰੀਕੇ ਨਾਲ। ਜਿਹੜੀਆਂ ਹੁੰਦੀਆਂ ਜਿਹੜੀਆਂ ਨਿਊਜ਼ ਹੈਗੀਆਂ, ਉਹ ਵੀ ਜਿਹੜੀਆਂ ਨੈਸ਼ਨਲ ਇੰਟਰਸਟ ਦੀਆਂ ਨਿਊਜ਼ ਹੁੰਦੀਆਂ, ਗਲੀ ਮਹੱਲੇ ਦੀਆਂ ਨਹੀਂ ਹੁੰਦੀਆਂ ਕਿ ਇੱਥੇ ਹਾਥੀ ਨੇ ਬੰਦਾ ਸੁੱਟ ਦਿੱਤਾ, ਉੱਥੇ ਘੋੜੇ ਨੇ ਲੱਤ ਮਾਰੀ, ਇਹ ਕੁਝ ਨਹੀਂ ਹੁੰਦਾ। ਸੱਪ ਚੜ੍ਹ ਕੇ ਜਿਹੜਾ ਹੈਗਾ ਅਗਲੇ ਘਰ ਚਲੇ ਗਿਆ, ਉਹ ਕੋਈ ਖਬਰਾਂ ਨਹੀਂ ਹੁੰਦੀਆਂ। ਨੈਸ਼ਨਲ ਇੰਟਰਸਟ ਦੀਆਂ ਖਬਰਾਂ ਹੈਗੀਆਂ, ਪ੍ਰੈਜ਼ੀਡੈਂਟ ਕੀ ਬੋਲੇ ਨੇ, ਪ੍ਰਾਈਮ ਮਿਨਿਸਟਰ ਕੀ ਬੋਲੇ ਆ, ਦੇਸ਼ ਦੀ ਵਾਗਡੋਰ ਜਿਹੜੀ ਫੜੀ ਆ ਉਹ ਕਿੱਥੇ ਕਿੱਥੇ ਨੂੰ ਜਾ ਰਹੀ ਆ, ਔਰ ਲੋਕਾਂ ਦਾ ਜੀਵਨ ਨਿਰਵਾਹ ਕਿਸ ਤਰ੍ਹਾਂ ਹੋ ਰਿਹਾ, ਪਿੰਡਾਂ 'ਚ ਲੋਕ ਕਿਸ ਤਰ੍ਹਾਂ ਰਹਿ ਰਹੇ, ਇਹ ਜਿਹੀਆਂ ਚੀਜ਼ਾਂ ਨੂੰ ਹਾਈਲਾਈਟ ਹੁੰਦਾ। ਔਰ ਇਹ ਚੀਜ਼ਾਂ ਇਸੇ ਕਰਕੇ ਕਦੀ ਨੁਕਤਾਚੀਨੀ ਨਹੀਂ ਹੁੰਦੀ। ਜੇ ਵੱਧ ਬੋਲਣਗੇ ਜਾਂ ਘੱਟ ਬੋਲਣਗੇ ਸਰਕਾਰੀ ਮੀਡੀਆ, ਤੇ ਲੋਕ ਖੜੇ ਹੋ ਜਾਂਦੇ ਆ ਕੇ ਉੱਤੇ। ਹੁਣ ਵੀ ਪਬਲਿਕ ਨੂੰ ਚਾਹੀਦਾ ਹੈਗਾ ਕਿ ਜਿੱਥੇ ਹੁਣ ਪਾਰਟੀ ਨੇ ਕੀਤਾ ਹੈਗਾ, ਇੰਡੀਆ ਨੇ ਕੀਤਾ ਹੈਗਾ, ਲੋਕਾਂ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਕਿ ਜਿਹੜੀ ਚੀਜ਼ ਘੱਟੋ ਘੱਟ ਜਿਹਦੇ ਪਿੱਛੇ ਐਥੈਂਟਿਸਿਟੀ ਹੈਗੀ, ਜਿਹਦੇ ਪਿੱਛੇ ਕੋਈ ਸੱਚ ਹੈਗਾ, ਜਿਹਦੇ ਪਿੱਛੇ ਕੋਈ ਤੱਤ ਹੈਗਾ, ਉਹਨੂੰ ਰੋਕਣ, ਉਹਦੇ ਨਾਲ ਗੱਲ ਕਰਨ। ਬਾਕੀ ਚੀਜ਼ਾਂ ਜਿਹੜੀਆਂ ਆਪ ਬਣਾਈਆਂ ਉਹਨਾਂ ਤੋਂ ਦੂਰ ਰਹਿਣ। ਇਹਨਾਂ ਨੇ ਹੁਣ ਲਿਆ। ਔਰ ਦੂਜੀ ਗੱਲ ਇਹ ਹੈਗੀ ਖਾਸ ਤੌਰ 'ਤੇ ਹੁਣ ਇਲੈਕਸ਼ਨ ਆ ਗਈ ਹੈ, ਇਲੈਕਸ਼ਨ ਤੇ ਸਿਰ 'ਤੇ ਹੈਗੀ ਆ। ਔਰ ਉਹ ਤੋਂ ਬਾਅਦ ਇਲੈਕਸ਼ਨ ਤਾਂ ਮਈ ਤੱਕ ਤਾਂ ਜਿਹੜੀ ਹੈ ਪਾਰਲੀਮੈਂਟ 'ਤੇ ਮੁਤਲਵੀ ਹੋ ਜਾਣੀ ਆ। ਔਰ ਇਹਦੇ ਕਰਕੇ ਹੀ ਇਹ ਜਿਹੜੇ ਐਂਕਰ ਨੇ, ਚੈਨਲ ਨੇ ਬੋਲ ਰਹੇ ਆ। ਔਰ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਸਰਕਾਰ ਨੂੰ ਇੰਨਾ ਹਾਈਲਾਈਟ ਨਹੀਂ ਕਰਨਾ ਚਾਹੀਦਾ, ਲੋਕਾਂ ਦੀ ਵੀ ਗੱਲ ਸੁਣੋ, ਲੋਕਾਂ ਦੀ ਮਹਿੰਗਾਈ ਵੀ ਹੈਗੀ, ਉਹ ਵੀ ਦੱਸੋ ਵੀ ਆਹ ਇੱਥੇ ਇਹ ਕੰਮ ਹੈਗਾ, ਕਿਉਂਕਿ ਹੁਣ ਸਹੂਲਤਾਂ ਦੀ ਬੁਛਾਰ ਹੋ ਜਾਣੀ ਹੈ ਨਾ, ਉਸ ਕਰਕੇ ਜਿਹੜੀ ਝੜੀ ਲੱਗ ਜਾਣੀ ਉਹਦਾ ਵੀ ਰੌਲਾ ਪੈਣਾ, ਉਹ ਉਹਨਾਂ ਨੂੰ ਪਤਾ ਹੈਗਾ ਕਿ ਕੀ ਕੁਛ ਹੋਣਾ। ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਟੀਵੀ ਚੈਨਲਸ ਕਈ ਇੱਦਾਂ ਦੇ ਨੇ, ਕਈ ਟੀਵੀ ਐਂਕਰਸ ਇੱਦਾਂ ਦੇ ਨੇ ਜਿਹੜੇ ਕਿਸੇ ਰੂਲਿੰਗ ਪਾਰਟੀ ਵਾਸਤੇ ਕੰਮ ਕਰਦੇ ਨੇ। ਤਾਂ ਇਹ ਜੋ ਪੱਤਰਕਾਰਿਤਾ ਦਾ ਮਿਆਰ ਹੈ ਕਿ ਤੁਸੀਂ ਉਸ ਤਰ੍ਹਾਂ ਦੀ ਸਾਰੀ ਪੱਤਰਕਾਰਿਤਾ ਕਰਨੀ ਹੈ ਜੋ ਦੇਸ਼ ਦੇ ਨਿਰਮਾਣ ਦੇ ਵਿੱਚ ਸਹਿਯੋਗ ਦੇਵੇ, ਕਿਉਂਕਿ ਇਹੀ ਜਰਨਲਿਜ਼ਮ ਦੇ ਸਟੂਡੈਂਟ ਨੂੰ ਸਿਖਾਇਆ ਜਾਂਦਾ। ਫਿਰ ਜਦੋਂ ਪ੍ਰੈਕਟੀਕਲ ਲਾਈਫ ਦੇ ਵਿੱਚ ਉਹ ਕੰਮ ਕਰਦਾ ਹੈ, ਉਹ ਕਿਸੇ ਨਾ ਕਿਸੇ ਹੋਰ ਪਾਸੇ ਮੁੜ ਜਾਂਦੀ ਹੈ ਗੱਲ, ਕਿਸੇ ਪਾਰਟੀ ਨਾਲ ਜੁੜ ਜਾਂਦਾ ਚੈਨਲ, ਔਰ ਚੈਨਲ ਦਾ ਐਂਕਰ ਉਸ ਪਾਰਟੀ ਦੇ ਮੁਤਾਬਿਕ ਕੰਮ ਕਰਦਾ, ਕਿਉਂਕਿ ਉਸ ਪਾਰਟੀ ਵੱਲੋਂ ਇਨਸਟਰਕਸ਼ਨਸ ਹੁੰਦੀਆਂ ਨੇ ਚੈਨਲ ਦੇ ਮਾਲਕਾਂ ਨੂੰ, ਔਰ ਉਹ ਆਪਣੇ ਮੁਤਾਬਿਕ ਏਜੰਡਾ ਚਲਵਾਉਂਦੇ ਨੇ। ਔਰ ਜਿੰਨੇ ਵੀ ਇੱਦਾਂ ਦੇ ਟੀਵੀ ਐਂਕਰਸ, ਟੀਵੀ ਚੈਨਲਸ ਜਿੰਨੇ ਵੀ ਇੱਦਾਂ ਦੇ ਮੌਜੂਦ ਨੇ, ਉਹ ਦੇਸ਼ ਦੇ ਭਵਿੱਖ ਨਾਲ, ਦੇਸ਼ ਦੇ ਵਰਤਮਾਨ ਨਾਲ, ਦੇਸ਼ ਦੇ ਇਤਿਹਾਸ ਨਾਲ, ਦੇਸ਼ ਦੇ ਨਿਰਮਾਣ ਨਾਲ ਸਮਝੌਤਾ ਕਰਦੇ ਨੇ। ਇਹਦੇ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਕਿ ਦੇਸ਼ ਦਾ ਕੀ ਬਣਨਾ ਹੈ, ਦੇਸ਼ ਵਾਸੀਆਂ ਦਾ ਕੀ ਬਣਨਾ ਹੈ, ਉਹ ਬਸ ਆਪਣਾ ਏਜੰਡਾ ਚਲਾਉਂਦੇ ਨੇ। ਤਾਂ ਇਹ ਚੀਜ਼ ਇੰਡੀਆ ਗੱਠਜੋੜ ਨੇ ਕਹੀ ਹੈ ਕਿ 14 ਟੀਵੀ ਐਂਕਰਸ ਨੂੰ ਅਸੀਂ ਬਾਈਕਾਟ ਕਰਾਂਗੇ। ਤੇ ਅੱਗੇ ਜਾ ਕੇ ਇੰਡੀਆ ਗੱਠਜੋੜ ਦਾ ਇੱਕ ਹੋਰ ਵੀ ਫੈਸਲਾ ਹੈ ਕਿ ਜੋ ਹਾਈ ਕਮਾਂਡ ਦਾ ਫੈਸਲਾ ਨਹੀਂ ਮੰਨੇਗਾ ਉਹਨੂੰ ਅਸਤੀਫਾ ਦੇਣਾ ਪਏਗਾ। ਇਹ ਵੀ ਵਿੱਚੋਂ ਆਵਾਜ਼ ਉੱਠਦੀ ਪਈ ਹੈ ਇੰਡੀਆ ਪਾਰਟੀ ਵਿੱਚੋਂ। ਇਹ ਹੁਣੇ ਪੰਜਾਬ 'ਚੋਂ ਜ਼ਿਆਦਾ ਰਿਹਾ ਕਿ ਜਿਹੜਾ ਪੰਜਾਬ ਵਿੱਚ ਇਹ ਮੁੱਦਾ ਬਹੁਤ ਉੱਭਰ ਕੇ ਆਇਆ। ਔਰ ਪਹਿਲੋਂ ਬਿਆਨ ਸੀਗਾ ਰਾਜਾ ਅਮਰਿੰਦਰ ਵੜਿੰਗ ਸਾਹਿਬ, ਜਿਹੜੇ ਸੂਬਾ ਪ੍ਰਧਾਨ ਨੇ ਕਾਂਗਰਸ ਦੇ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਸ ਗੱਠਜੋੜ ਵਿੱਚ ਜਿਹੜਾ ਆਪ ਸਰਕਾਰ ਹੈ ਪੰਜਾਬ ਦੀ, ਇਹਦਾ ਪੱਲਾ ਨਹੀਂ ਫੜਾਂਗੇ। ਔਰ ਉਦੋਂ ਬਾਅਦ ਦੂਜਾ ਬਿਆਨ ਆ ਗਿਆ ਪ੍ਰਤਾਪ ਸਿੰਘ ਬਾਜਵਾ, ਜਿਹੜੇ ਵਿਰੋਧੀ ਦਲ ਦੇ ਨੇਤਾ ਨੇ, ਉਹਨਾਂ ਨੇ ਕਿਹਾ ਕਿ ਮੇਰੇ ਵੀ ਇਹੀ ਗੱਲ ਹੈਗੀ ਆ, ਅਸੀਂ ਇਹਨਾਂ ਦੇ ਪਿੱਛੇ ਨਹੀਂ ਲੱਗਾਂਗੇ, ਅਸੀਂ ਜੇ ਇਲੈਕਸ਼ਨ ਲੜਾਂਗੇ ਤੇ ਆਪਣੇ ਬਲਬੂਤੇ ਤੇ ਸਿੱਧੇ ਤੌਰ ਤੇ ਲੜਾਂਗੇ 13 ਸੀਟਾਂ ਤੇ, ਅਸੀਂ ਇਹਦੇ ਨਾਲ ਕੋਈ ਮਿਲਾਪ ਨਹੀਂ ਕਰਾਂਗੇ, ਕੋਈ ਜੋੜ ਨਹੀਂ ਲਾਵਾਂਗੇ, ਔਰ ਨਾ ਹੀ ਅਕਾਲੀ ਦਲ ਨਾਲ ਕਿ ਦੂਸਰੇ ਨਾਲ, ਕਿਉਂਕਿ ਅਕਾਲੀ ਦਲ ਤਾਂ ਜੇ ਬਾਹਰ ਹੈਗਾ, ਪਰ ਜਿਹੜੀ ਆਪ ਸਰਕਾਰ, ਆਪ ਜਿਹੜਾ ਗੱਠਜੋੜ ਹੈਗਾ ਇਹਦੇ ਵਿੱਚ ਸ਼ਾਮਲ ਹੋ ਗਿਆ, ਆਪ ਜਿਹੜੀ ਪਾਰਟੀ ਆ, ਕਿਉਂਕਿ ਨੈਸ਼ਨਲ ਪਾਰਟੀ ਹੈ। ਔਰ ਉਹਦੇ ਤੋਂ ਬਾਅਦ ਜਿਹੜਾ ਹੁਣ ਰਵਨੀਤ ਸਿੰਘ ਬਿੱਟੂ ਜਿਹੜੇ ਸੰਸਦ ਨੇ ਲੁਧਿਆਣਾ ਤੋਂ, ਉਹਨਾਂ ਨੇ ਐਲਾਨ ਕੀਤਾ ਕਿ ਜੇ ਇਹ ਗੱਲ ਹੈਗੀ ਆ, ਜੇ ਇਹਨਾਂ ਨੇ ਆਪਣਾ ਪਾਸਾ ਵੱਟ ਕੇ ਪਰੇ ਰਹਿਣਾ ਔਰ ਆਪ ਨਾਲ ਨਹੀਂ ਮਿਲਣਾ, ਔਰ ਜੇ ਰਲ ਕੇ ਗੱਠਜੋੜ ਵਿੱਚ ਨਹੀਂ ਰਹਿਣਾ ਕਾਂਗਰਸ ਦੇ ਖੇਤਰੀ ਤੌਰ 'ਤੇ ਪੰਜਾਬ ਨੇ, ਤੇ ਅਸਤੀਫੇ ਦੇ ਦੇਣਾ ਆਪੋ ਵਿੱਚ, ਔਰ ਨਾ ਰਹਿਣੇ ਇਸ ਪੋਸਟ 'ਤੇ ਜੇ ਇਹਨਾਂ ਨੂੰ ਨਹੀਂ ਚੰਗਾ ਲੱਗਦਾ। ਪਰ ਇਹ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀਗਾ ਕਿ ਜੇ ਤੁਸੀਂ ਹਾਈ ਕਮਾਂਡ ਦੀ ਗੱਲ ਨਹੀਂ ਮੰਨਣੀ, ਔਰ ਉਹਦੇ ਵਿੱਚ ਜੇ ਤੁਸੀਂ ਉਹਨਾਂ ਤੋਂ ਦੂਰ ਰਹਿਣਾ ਹੈਗਾ, ਤਾਂ ਇਹਦੇ ਵਿੱਚ ਇਹਦਾ ਮਤਲਬ ਤੁਸੀਂ ਡਿਸਿਪਲਿਨ 'ਚ ਨਹੀਂ, ਤੁਸੀਂ ਉਹਨਾਂ ਦੀ ਗੱਲ ਤੋਂ ਆਕੀ ਜੇ,
ਔਰ ਜੇ ਤੁਸੀਂ ਹਾਈ ਕਮਾਂਡ ਦੀ ਗੱਲ ਮੰਨੋਗੇ ਤਾਂ ਦੀ ਇਲੈਕਸ਼ਨ ਜਿਹੜੀ ਹੈਗੀ ਆ ਨੈਸ਼ਨਲ ਹੈਗੀ ਆ, ਇਹ ਖੇਤਰੀ ਨਹੀਂ ਗੀ। ਨਵਜੋਤ ਸਿੱਧੂ ਨੇ ਕਿਹਾ ਸੀਗਾ ਕਿ ਕਿਸੇ ਸੂਬੇ ਦੀ ਇਲੈਕਸ਼ਨ ਨਹੀਂ ਗੀ, ਇਹ ਦੇਸ਼ ਦੀ ਇਲੈਕਸ਼ਨ ਆ, ਜਿਹਦੇ ਵਿੱਚ ਉਹਨਾਂ ਨੇ ਡਿਸਾਈਡ ਕਰਨਾ। ਹਾਈ ਕਮਾਂਡ ਦਿੱਲੀ ਜਿਹੜੀ ਬੈਠੇ ਨੇ ਉਹਨਾਂ ਨਾਲ ਜੇ ਤੁਸੀਂ ਦੋਵਾਂ ਨੇ ਕਰਨਾ ਤਾਂ ਫਿਰ ਅਸੀਂ ਤੁਹਾਡੇ ਨਾਲ ਨਹੀਂ ਹੈਗੇ, ਜਾਂ ਇਸ ਤੋਂ ਅਸਤੀਫੇ ਦੇ ਕੇ ਪਾਸੇ ਹੋ ਜਾ ਦੋਵਾਂ ਨੂੰ। ਇਹਦੀ ਕੰਟਰੋਵਰਸੀ ਬਹੁਤ ਰਹੀ ਹੈ। ਸਭ ਤੋਂ ਪਹਿਲਾਂ ਕਾਂਗਰਸ ਵਿੱਚ ਰਹੀ ਹੈ ਇਹ ਲੜਾਈ, ਅਜੇ ਵੀ ਲੜਾਈ ਰੁਕਣ ਦਾ ਨਾਂ ਨਹੀਂ ਲੈਂਦੀ। ਜਿਹਦੀ ਲੜਾਈ ਤੋਂ ਪਹਿਲਾਂ ਚੰਨੀ ਸਾਹਿਬ ਥੋੜ੍ਹੀ ਦੇਰ ਰਹੇ ਆ, 177 ਦਿਨ ਦੇ ਕਰੀਬ ਮੁੱਖ ਮੰਤਰੀ ਪੰਜਾਬ ਰਹੇ ਆ, ਅਤੇ ਅਮਰਿੰਦਰ ਸਿੰਘ ਜਿਹੜੇ ਕੈਪਟਨ ਨੇ ਉਹ ਅਸਤੀਫਾ ਦੇ ਕੇ ਪਾਸੇ ਹੋ ਕੇ ਤੇ ਬੀਜੇਪੀ 'ਚ ਜਾ ਰਲੇ। ਔਰ ਦੂਜੇ ਵੱਡੀਆਂ ਤੋਪਾਂ ਜਿਹਨੂੰ ਅਸੀਂ ਕਹਿੰਦੇ ਆ, ਜਿਹੜੇ ਵੱਡੇ ਘਾਗ ਨੇਤਾ ਨੇ, ਜਾਖੜ ਸਾਹਿਬ ਜਿਹੜੇ ਉਹਨਾਂ ਨੇ ਸੰਭਾਲ ਲਈ ਬੀਜੇਪੀ, ਔਰ ਬੀਜੇਪੀ ਦੇ ਇਸ ਵੇਲੇ ਸੂਬਾ ਪ੍ਰਧਾਨ ਨੇ। ਔਰ ਇਹਦੇ ਵਿੱਚੋਂ ਹੋਰ ਵੀ ਬੜੇ ਗਏ ਆ ਜਿਨ੍ਹਾਂ ਦਾ ਨਾਂ ਅਸੀਂ ਅਜੇ ਨਹੀਂ ਲੈ ਰਹੇ। ਔਰ ਉਹ ਹੁਣ ਇਸ ਜਿਹੜੀ ਕਾਂਡੋ ਕਲੇਸ਼ ਆ ਜਾਂ ਲੜਾਈ ਆ, ਉਹਨੇ ਇਹਨਾਂ ਨੂੰ ਬਿਲਕੁਲ ਖੰਡਾਤਾ। ਇਹ ਬਿਲਕੁਲ ਦੂਰ ਦੂਰ ਚਲੇ ਗਏ। ਹੁਣ ਫਿਰ ਲੜਾਈ ਉਸੇ ਦੀ ਉੱਥੀ, ਇਲੈਕਸ਼ਨ ਫਿਰ ਸਿਰ 'ਤੇ ਆ ਗਈ ਆ, ਅਤੇ ਪੰਜਾਬ 'ਚ ਉਹ ਜੇ ਇੱਥੇ ਧੜੀ ਨਹੀਂ ਬੈਠੀ। ਔਰ ਆਪ ਜਿਹੜੀ ਹੈਗੀ ਇਹਨਾਂ ਨੂੰ ਤਾਂ ਲੜਨਾ ਹੀ, ਇਹਨਾਂ ਨੇ ਤਾਂ ਅੱਗੇ ਵੀ ਜਿਹੜੀ ਸੰਸਦ ਦੀ ਇੱਕ ਇਲੈਕਸ਼ਨ ਸੀਗੀ ਜਿਮਨੀ ਚੋਣ, ਉਹ ਜਿੱਤ ਲਈ। ਔਰ ਉਹਦੇ ਵਿੱਚ ਫਿਰ ਕਾਂਗਰਸ ਪਿੱਛੇ ਰਹਿ ਗਈ। ਤਾਂ ਉਹ ਜਿਹੜੇ ਕੈਂਡੀਡੇਟ ਸੀ ਉਹ ਕਾਂਗਰਸ ਦੇ ਸੀਗੇ। ਹਰਿੰਕੂ ਜੀ ਉਹ ਜਿਹੜੇ ਚੋਂ ਗਏ ਆ, ਅਸ਼ਵਨੀ ਜੀ, ਉਹ ਇੱਥੇ ਇਸੇ ਵਿੱਚ ਸੀ ਪਹਿਲੋਂ। ਉਹ ਆਪ 'ਚ ਜਾ ਰਲੇ, ਆਪ ਤੋਂ ਆ ਕੇ ਇਲੈਕਸ਼ਨ ਜਿੱਤ ਕੇ ਉਹ ਪਾਰਲੀਮੈਂਟ 'ਚ ਬੈਠੇ ਆ। ਇਹਨਾਂ ਦੇ ਹੱਥ ਫਿਰ ਖਾਲੀ ਹੋ ਗਏ। ਇਹ ਇਹਨਾਂ ਦੀ ਸਿਆਸਤ ਅਜੇ ਤੱਕ ਨਾ ਤਾਂ ਲੋਕਾਂ ਨੂੰ ਪਤਾ ਲੱਗਾ, ਨਾ ਪਬਲਿਕ ਨੂੰ ਪਤਾ ਲੱਗਾ। ਇਹਨਾਂ ਦੀ ਭੁੱਖੀ ਚੌਧਰ ਨੇ ਇਹਨਾਂ ਨੂੰ ਇੱਕ ਪਾਸੇ ਨੌਕਰੀ ਲਾਤਾ। ਨਹੀਂ ਕਿ ਪਾਰਟੀ ਬਹੁਤ ਵੱਡੀ ਪੁਰਾਣੀ ਪਾਰਟੀ ਹੈਗੀ, ਔਰ ਇਸੇ ਕਰਕੇ ਉਹ 92 ਸੀਟਾਂ ਲੈ ਗਏ, ਇਹਨਾਂ ਨੂੰ 2 ਸੀਟਾਂ ਵੀ ਨਹੀਂ ਮਿਲੀਆਂ। ਇਸੇ ਤਰੀਕੇ ਨਾਲ ਹੀ ਜਿਹੜੀ ਹੈਗੀ ਇਹਨਾਂ ਦੀ ਆਪਸੀ ਖਿੱਚ ਤੂਈ, ਜਿਹੜੀ ਹਫੜਾ ਦਫੜੀ ਆ, ਇਹਨੇ ਇਹਨਾਂ ਨੂੰ ਪੰਜਾਬ ਤੋਂ ਬਿਲਕੁਲ ਨਿਗੂਣੇ ਕਰਤਾ ਔਰ ਦੂਰ ਕਰ ਦਿੱਤਾ। ਇਹੀ ਹਾਲ ਅਕਾਲੀ ਦਲ ਦਾ ਰਿਹਾ, ਇਹੀ ਹਾਲ ਕਾਂਗਰਸ ਦਾ ਹੈਗਾ। ਬੀਜੇਪੀ ਜਿਹੜੀ ਪਿੰਡਾਂ 'ਚ ਹੈ ਹੀ ਨਹੀਂ ਗੀ। ਔਰ ਫਿਰ ਪਾ ਲਾ ਕੇ ਕਿਹਦਾ ਜ਼ੋਰ ਪੈ ਜਾਂਦਾ? ਆਪ ਦਾ। ਆਪ ਹੀ ਜਿਹੜੀ ਰੂਲਿੰਗ ਪਾਰਟੀ ਆ, ਉਹਦੇ ਕੋਲ ਸਰਕਾਰੀ ਮਸ਼ੀਨਰੀ ਹੈਗੀ ਹੈ, ਪੈਸਾ ਵੀ ਹੈਗਾ। ਆਉਣੇ ਵਾਲੇ ਇਲੈਕਸ਼ਨ ਦੇ ਵਿੱਚ ਜੇ ਆਂਦੇ ਅਸੀਂ ਉਹ ਤੋਂ ਪਰੇ ਰਹਾਂਗੇ, ਇਹਨਾਂ ਨੂੰ ਚਾਹੀਦਾ ਹੈਗਾ ਕਿ ਉਹਨਾਂ ਨਾਲ ਸਗੋਂ ਰਲਣਾ ਚਾਹੀਦਾ ਹੈਗਾ। ਹਾਈ ਕਮਾਂਡ ਕਹਿ ਰਹੀ ਹੈਗੀ ਆ, ਔਰ ਪੈਸਾ ਉਹਨਾਂ ਨੇ ਖਰਚਣਾ, ਸਾਰਾ ਕੁਛ ਹੈਗਾ। ਐਡਵਰਟਾਈਜ਼ਮੈਂਟ ਉਹ ਕਰਨਗੇ, ਹੈ ਨਾ, ਖਜ਼ਾਨਾ ਉਹਨਾਂ ਕੋਲ ਸਾਰਾ ਰਲ ਕੇ ਸਗੋਂ ਕਰਨਾ ਚਾਹੀਦਾ ਹੈਗਾ। ਨੈਸ਼ਨਲ ਜਿਹੜੀ ਲੀਡਰਸ਼ਿਪ ਉਹਦੇ ਲਈ ਲੜਾਈ ਕਰਨੀ ਇਹਨਾਂ ਨੇ, ਉਹਦੇ ਲਈ 13 ਸੀਟਾਂ 'ਤੇ ਹੋਣੀ ਸਾਰਾ ਕੁਛ। ਅਤੇ ਜੇ ਇਹ ਗੱਲ ਰਹਿ ਗਈ ਤਾਂ ਉਹ ਆਪਸੀ ਨੇਤਾ ਸਾਰੇ ਖਿੰਡ ਗਏ ਇਹਨਾਂ ਵਿੱਚ। ਐਕਚੁਅਲੀ ਗੱਲ ਤਾਂ ਸਾਰੇ ਕਰਦੇ ਨੇ ਦੇਸ਼ ਦੀ, ਜੀ ਜੀ, ਕਿ ਅਸੀਂ ਦੇਸ਼ ਨੂੰ ਬਣਾਉਣਾ ਹੈ, ਅਸੀਂ ਦੇਸ਼ ਨੂੰ ਬਣਾਉਣਾ ਹੈ। ਔਰ ਸਿਆਣੇ ਕਹਿੰਦੇ ਨੇ ਭਲਿਓ ਲੋਕੋ, ਤੂੰ ਵੀ ਦੇਸ਼ ਨੂੰ ਬਣਾਉਣਾ ਹੈ, ਤੂੰ ਵੀ ਦੇਸ਼ ਨੂੰ ਬਣਾਉਣਾ ਹੈ। ਹਰ ਬੰਦੇ ਨੇ ਦੇਸ਼ ਨੂੰ ਬਣਾਉਣਾ ਹੈ, ਤੇ ਫਿਰ ਆਪੋ ਵਿੱਚ ਇੱਕ ਦੂਜੇ ਦੇ ਕੁੜਤੇ ਕਿਉਂ ਫਾੜੀ ਜਾਂਦੇ ਹੋ? ਇਕੱਠੇ ਹੋ ਕੇ ਬਣਾ ਲਓ ਦੇਸ਼ ਨੂੰ। ਇਕੱਠੇ ਕਿਉਂ ਨਹੀਂ ਹੁੰਦੇ? ਨਹੀਂ ਜੀ, ਉਹ ਸਾਡੀ ਪਾਰਟੀ ਹੈ, ਉਹ ਸਾਡੀ ਪਾਰਟੀ ਹੈ, ਇਹ ਸਾਡੀ ਪਾਰਟੀ ਦਾ ਫੰਡ ਹੈ, ਇਹ ਸਾਡੀ ਪਾਰਟੀ ਦਾ ਫੰਡ ਹੈ। ਔਰ ਸਾਨੂੰ ਜਿਹੜੇ ਫੰਡ ਦਿੰਦੇ ਨੇ ਅਸੀਂ ਉਹਨਾਂ ਬਾਰੇ ਸੋਚਣਾ। ਉਹ ਕਹਿੰਦਾ ਸਾਨੂੰ ਜਿਹੜੇ ਫੰਡ ਦਿੰਦੇ ਨੇ ਅਸੀਂ ਉਹਨਾਂ ਬਾਰੇ ਸੋਚਣਾ। ਤੁਮ ਮੁਝੇ ਚੰਦਾ ਦੋ, ਮੈਂ ਤੁਮੇ ਧੰਦਾ ਦੂੰਗਾ। ਆਹ ਵਾਲਾ ਪੋਲਿਟਿਕਸ ਚੱਲਦਾ ਪਿਆ। ਤੋ ਦੇਸ਼ ਨੂੰ ਜੋੜਨ ਦੀ, ਦੇਸ਼ ਨੂੰ ਬਣਾਉਣ ਦੀ ਜਿਹੜੀ ਗੱਲ ਹੈ, ਉਹ ਤਾਂ ਗੱਲਾਂ ਨੇ। ਜੇ ਵਾਕਈ ਤੁਸੀਂ ਜੋੜਨਾ ਚਾਹੁੰਦੇ ਹੋ ਤਾਂ ਜੋੜੋ, ਰੋਕਿਆ ਕਿਹਨੇ ਆ ਤੁਹਾਨੂੰ? ਇੱਕ ਦੂਜੇ ਦੀ ਖਿੱਚਾ ਧੂਈ 'ਚ ਲੱਗੇ ਹੋਏ ਹੋ। ਇਹ ਸਿਆਣੇ ਕਹਿੰਦੇ ਨੇ। ਵੈਸੇ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਹੈ ਇਹਦਾ ਮੁੱਖ ਮੋਹਰੀ ਜਿਹਨੂੰ ਲੀਡਰ ਕਹਿੰਦੇ ਆ, ਕੋਈ ਹੈ ਨਹੀਂ। ਸਾਰੇ ਲੀਡਰ ਆ। ਜਿਸ ਘਰ ਦੇ ਵਿੱਚ ਸਾਰੇ ਚੌਧਰੀ ਹੋਣ, ਜਿਸ ਪਿੰਡ ਵਿੱਚ ਸਾਰੇ ਚੌਧਰੀ ਹੋਣ, ਉਹ ਫਿਰ ਭੁੱਖੇ ਮਰਨ ਵਾਲੀ ਗੱਲ ਹੁੰਦੀ ਹੈ। ਇੱਕ ਬੰਦੇ ਦੀ ਕਮਾਂਡ ਦੇ ਥੱਲੇ ਲੜੋਗੇ ਤੇ ਸਾਰਾ ਅੱਗੇ। ਜੇ ਆਰਮੀ ਨੂੰ ਲੜਾਉਣ ਵਾਲਾ ਬ੍ਰਿਗੇਡੀਅਰ ਆ, ਕਮਾਂਡਰ ਆ, ਉਹੀ ਅੱਗੇ ਮਾਰਗਦਰਸ਼ਨ ਕਰਦਾ। ਜੇ ਸਾਰੇ ਕਮਾਂਡਰ ਹੋ ਜਾਣਗੇ ਤਾਂ ਗੋਲੀ ਕੌਣ ਚਲਾਊਗਾ? ਫਿਰ ਨਿਹੱਥੇ ਹੋ ਜਾਣਗੇ ਤੇ ਰਫਲਾਂ ਗਵਾ ਕੇ ਆ ਜਾਣਗੇ। ਇਹ ਹਾਲ ਇਹਨਾਂ ਦਾ ਹੈਗਾ, ਕਿਉਂਕਿ ਇਹ ਵੀ ਇੱਕ ਲੜਾਈ ਹੁੰਦੀ ਹੈ। ਇਹਦੇ ਵਿੱਚ ਵੀ ਹੁਣ ਇੰਡੀਆ ਸਾਹਮਣੇ ਆ ਗਿਆ। ਹੁਣ ਉਹਦੇ ਬਾਅਦ ਬੀਜੇਪੀ ਹੈਗੀ ਆ। 2 ਪਾਰਟੀਆਂ ਦੀ ਆਪੋ ਵਿੱਚ ਬੜੀ ਮੈਦਾਨੇ ਜੰਗ ਵਿੱਚ ਫਸਵਾਂ ਟੱਕਰਾ ਹੋਊਗਾ। ਔਰ ਜੇ ਇੱਕ ਛੋਟੀ ਜੀ 13 ਸੀਟਾਂ ਅਸੀਂ ਲੈ ਦੀ ਹੈਗੀ ਲੜਾਈ, 13 ਸੀਟਾਂ ਨੂੰ ਉਹ ਕੋਈ ਬਹੁਤਾ ਸੈਂਟਰ 'ਚੋਂ ਨਾ ਮੰਨਣਾ ਵੀ ਨਹੀਂ ਕੁਝ ਨਹੀਂ ਹੈਗਾ। ਜਿੱਥੇ ਯੂਪੀ ਵਰਗੇ ਸਟੇਟ 'ਚ ਜੇ ਕੋਈ ਲੜਾਈ ਹੁੰਦੀ ਆ, ਉੱਥੋਂ ਰੌਲਾ ਪੈ ਸਕਦਾ। ਬਿਹਾਰ ਵਰਗੇ ਸਟੇਟ 'ਚ ਕੋਈ ਇੱਦਾਂ ਦੀ ਗੱਲ ਹੁੰਦੀ ਹੈਗੀ। 13 ਸੀਟਾਂ 'ਤੇ ਲੜ ਰਹੇ ਹੈ ਕਿ ਨਹੀਂ? ਉਹ ਅੱਧ ਪਾ ਖਿਚੜੀ ਵਾਲੀ ਗੱਲ ਹੈਗੀ। ਉਹ ਬਸ ਉਹਦੇ ਵਿੱਚ ਨਹੀਂ ਇਹਨਾਂ ਨੂੰ ਚਾਹੀਦਾ ਇੰਨੀ ਵੱਡੀ ਚੌਧਰ ਕਰਨੀ, ਕਿਉਂਕਿ ਚਾਹੁੰਦੇ ਸਾਰੇ ਆ ਮੁੱਖ ਮੰਤਰੀ ਬਣਨਾ, ਚਾਹੁੰਦੇ ਸਾਰੇ MP ਬਣਨਾ, ਪਰ ਪਿੱਛੇ ਲਿਆਕਤ ਹੈ ਨਹੀਂ। ਬਿਲਕੁਲ ਸਹੀ ਗੱਲ ਹੈ। ਔਰ ਇੱਕ ਵਾਰੀ ਉੱਤੇ ਪਹੁੰਚ ਗਏ ਫਿਰ ਤੇ ਪਾਉ ਬਾਹਰ, ਫਿਰ ਤੇ ਥੱਲੇ ਲੈਣਾ ਨਹੀਂ। ਸਹੀ ਗੱਲ। ਕੁਛ ਨਾ ਕੁਛ ਪੰਗਾ ਪਾ ਕੇ ਫਸੇ ਰਹਿਣਾ। ਔਰ ਜਿਹਨੂੰ ਕਹਿੰਦੇ ਨੇ ਕਿ ਸਬਸਿਡੀ ਦੇ ਖਾਣੇ ਔਰ ਸਬਸਿਡੀ ਦੇ ਉੱਥੇ ਤੁਹਾਨੂੰ ਪਰਸੈਂਟੇਜ ਦੇ ਮੁਤਾਬਿਕ ਤੁਹਾਨੂੰ ਰਿਲੈਕਸੇਸ਼ਨ ਮਿਲਦੀ ਹੈ, ਸਭ ਕੁਝ ਤੁਹਾਨੂੰ ਫੈਸਿਲਿਟੀਆਂ ਯਾਤਰਾ ਆਉਣਾ ਜਾਣਾ, ਹਵਾਈ ਜਹਾਜ਼, ਪੈਨਸ਼ਨਸ ਵੱਖਰੀਆਂ। ਮਤਲਬ ਸਰਕਾਰ ਜਨਤਾ ਦਾ ਪੈਸਾ, ਜਨਤਾ ਦਾ ਟੈਕਸ ਪੇਅਰਸ ਦਾ ਪੈਸਾ ਇੰਜੋਏ ਕਰੋ। ਸੋ ਇਹ ਸਭ ਚੱਲਦਾ ਪਿਆ। ਔਰ ਕਈ ਲੋਕ ਤਾਂ ਕਹਿੰਦੇ ਨੇ ਕਿ ਇਹਨਾਂ ਨੇ ਰਾਜਨੀਤੀ ਨੂੰ ਧੰਦਾ ਬਣਾ ਲਿਆ। ਸਹੀ ਗੱਲ। ਔਰ ਪੂਰਾ ਰੱਜ ਕੇ ਜਿਹਨੂੰ ਕਹਿੰਦੇ ਨੇ ਕਿ ਐਕਸਪਲੋਇਟ ਕਰਦੇ ਨੇ। ਔਰ ਜਿੱਦਾਂ ਆਮ ਭਾਸ਼ਾ 'ਚ ਕਹਿੰਦੇ ਨੇ ਨਾ ਕਿ ਗੰਦਾ ਹੈ ਪਰ ਧੰਦਾ ਹੈ।
ਉਹ ਵਾਲਾ ਹਿਸਾਬ ਫੜਿਆ ਹੋਇਆ, ਉਹੀ ਆ ਧੰਦਾ ਬਣਾ ਕੇ। ਆਹ। ਪਰ ਜਿਹੜੇ ਸੇਵਾ ਭਾਵਨਾ ਨਾਲ ਆਉਂਦੇ ਨੇ ਲੀਡਰ ਹੈ ਅੱਛੇ ਵੀ ਹੈਗੇ ਨੇ, ਹੈਗੇ ਕਿਉਂ ਨਹੀਂ ਹੈਗੇ, ਹਰ ਥਾਂ ਤੇ ਮੌਜੂਦ ਨੇ, ਹਰ ਤਰ੍ਹਾਂ ਦੇ ਲੋਕ ਮੌਜੂਦ ਨੇ, ਪਰ ਉਹਨਾਂ ਦੀ ਇੰਨੀ ਚੱਲਦੀ ਨਹੀਂ ਪਈ। ਉਹਨਾਂ ਦੇ ਐਲਾਨਨਾਮੇ ਤੇ ਬਿਆਨ ਵੀ ਤੁਸੀਂ ਘੱਟ ਸੁਣੋਗੇ, ਇਹ ਬਿਆਨ ਵੀ ਬਹੁਤ ਜ਼ਿਆਦਾ ਦਿੰਦੇ ਔਰ ਕਈ ਵਾਰ ਤਾਂ ਲੱਗਦਾ ਕਿ ਉਹ ਨੁਕਰੇ ਬਿਠਾਏ ਹੋਏ ਨੇ, ਸਿਰਫ ਪਾਰਟੀ ਦੇ ਸ਼ੋਅ ਪੀਸ ਨੇ। ਸ਼ੋਅ ਪੀਸ। ਵੀ ਆਹ ਵੀ ਇੱਕ ਬੰਦਾ ਸਾਡੇ ਕੋਲ ਹੈਗਾ ਹੈ, ਹਾਂ, ਬੜਾ ਆਦਰਸ਼ਵਾਦੀ, ਇਮਾਨਦਾਰ, ਸੱਚਾ, ਸੇਵਾ ਵਾਲਾ, ਦੇਸ਼ ਭਗਤ, ਇਹ ਸਾਡੇ ਕੋਲ ਸ਼ੋਅ ਪੀਸ ਹੈ। ਬਾਕੀ ਕੰਮ ਤਾਂ ਉਹਨਾਂ ਦੇ ਹੱਥ 'ਚ ਆ, ਜਿਹੜੇ ਕਮਾਣ ਵੀ ਤੇ ਕਮਾ ਕੇ ਦੇਣ ਵੀ, ਹੈ ਨਾ। ਆਪ ਵੀ ਖਾਓ ਤੇ ਹਮੇ ਵੀ ਖਿਲਾਓ, ਇਹ ਚੱਲਦਾ ਪਿਆ। ਚਲੋ, ਇਹ ਸਿਆਣਿਆਂ ਦੀਆਂ ਗੱਲਾਂ ਨੇ, ਆਪਾਂ ਵੀ ਕਈ ਵਾਰ ਉਹਨਾਂ ਤੋਂ ਸਿੱਖ ਕੇ ਪਰ ਇਹਦਾ ਨਤੀਜਾ ਮਾੜਾ ਨਿਕਲਦਾ, ਗੱਲਾਂ ਕਰਦੇ ਆ। ਭੁਗਤ ਰਹੇ ਆ ਬਿਲਕੁਲ। ਜਿਹੜੀ ਗਵਰਨਮੈਂਟ ਜਾਂ ਇਹ ਜਿਹੜੀ ਪਾਰਟੀ ਹੈ, ਨਤੀਜਾ ਭੁਗਤ ਰਹੀ ਹੈ ਇਸ ਵੇਲੇ। ਹੁਣ ਤੋਂ ਲੈ ਕੇ ਅਮਰਿੰਦਰ ਸਿੰਘ ਜਦੋਂ ਦੇ ਗਏ ਆ, ਪਹਿਲਾਂ 2 ਵਾਰੀ ਬਣੇ ਮੁੱਖ ਮੰਤਰੀ, ਉਦੋਂ ਬਾਅਦ ਚੰਨੀ ਸਾਹਿਬ ਆਏ, ਚੰਨੀ ਸਾਹਿਬ ਤੋਂ ਬਾਅਦ ਇਹਨਾਂ ਦੇ ਤਬਲੇ ਮੂਧੇ ਹੋ ਗਏ, ਭਾਂਡੇ ਮੂਧੇ ਹੋ ਗਏ, ਕੋਈ ਕਿਸੇ ਪਾਸੇ ਨਹੀਂ ਹੋ ਰਿਹਾ। ਲੋਕਾਂ ਦਾ ਵਿਸ਼ਵਾਸ ਵੀ ਇਹਨਾਂ ਤੋਂ ਟੁੱਟ ਗਿਆ, ਇਹ ਗੱਲ ਵੀ ਬਿਲਕੁਲ। ਸੋ ਆਪਾਂ ਅੱਗੇ ਚੱਲੀਏ ਜੀ। ਹੁਣ ਅਗਲੀ ਗੱਲ ਇਹ ਹੈ ਕਿ ਇੰਡੀਆ ਪਾਰਟੀ ਦਾ ਗੱਠਜੋੜ ਕਹਿੰਦਾ ਕਿ ਅਸੀਂ ਜਿਹੜੀ ਚੋਣ ਰੈਲੀਆਂ ਦਾ ਆਗਾਜ਼ ਕਰਨਾ ਹੈ, ਉਹ ਭੋਪਾਲ ਤੋਂ ਕਰਨਾ ਹੈ। ਵਾਹ, ਇਹ ਕੋਈ ਖਾਸ ਗੱਲ ਹੈ ਭੋਪਾਲ ਦੇ ਵਿੱਚ? ਮੱਧ ਪ੍ਰਦੇਸ਼ ਦਾ ਨਾ ਇਹ, ਹਾਂਜੀ, ਕੈਪੀਟਲ ਭੋਪਾਲ ਦੇ ਵਿੱਚ, ਇਸ ਕਰਕੇ ਕਿ ਉੱਥੋਂ ਦੇ ਲੀਡਰ ਔਰ ਉਧਰ ਦੀ ਜਿਹੜੀ ਮੇਜ਼ਬਾਨੀ ਜਾਂ ਜਿਹੜਾ ਵੈਲਕਮ ਆ, ਜਿੱਦਾਂ ਆਪਾਂ G20 ਦਾ ਇੰਡੀਆ ਨੇ ਕੀਤਾ, ਖਰਚਾ ਤਾਂ ਹੋਊਗਾ ਜਿੱਥੇ ਜਿੱਥੇ ਪਾਰਟੀ ਹੋਣੀ ਆ, ਔਰ ਉਸ ਗਰੁੱਪ ਨੇ ਬੈਠ ਕੇ ਪਹਿਲਾਂ ਤਾਂ ਇਹਨਾਂ ਸਾਰੇ ਪਾਸੇ ਕਰ ਲਿਆ। ਔਰ ਜਿੱਥੇ ਜਿੱਥੇ ਇਹਨਾਂ ਨੂੰ ਆਇਆ, ਬੰਬੇ ਜਦੋਂ ਕੀਤਾ ਇਹਨਾਂ ਨੇ, ਸ਼ਿਵ ਸੈਨਾ ਦੇ ਆਗੂ ਜਿਹੜੇ ਉਹਨਾਂ ਨੇ ਬੁਲਾ ਲਿਆ ਸੀ ਉੱਥੇ, ਉਧਰ ਠਾਕਰ ਜੀ, ਉਹਨਾਂ ਨੇ ਬੁਲਾ ਕੇ ਇਹਨਾਂ ਨੂੰ ਵਧੀਆ ਵੈਲਕਮ ਕੀਤਾ। ਉਦੋਂ ਬੰਗਲੁਰੂ ਵਿੱਚ ਵੀ ਹੋਇਆ, ਪਟਨਾ ਸਾਹਿਬ ਉੱਥੇ ਵੀ ਹੋਇਆ ਨਿਤਿਸ਼ ਕੁਮਾਰ ਜੀ ਨੇ। ਹੁਣ ਇਹਨਾਂ ਨੇ ਸੂਬੇ ਕਰ ਰਹੇ, ਹੁਣ ਇਹ ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਸ਼ੁਰੂ ਕਰਨਗੇ, ਔਰ ਉੱਥੇ ਸੀਟਾਂ ਦੀ ਵੰਡਾਈ ਵੀ ਹੋਊਗੀ। ਔਰ ਜਿਹੜਾ ਵੁੱਡ ਵੀ ਆਉਣ ਵਾਲੇ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਹੋਣਗੇ, ਉਹਦਾ ਨਾਮ ਵੀ ਰੱਖਿਆ ਜਾਊਗਾ। ਔਰ ਕੌਣ ਨੇ, ਐਤਕੀ ਬਿਲਕੁਲ ਅੰਤਮ ਸ਼ੋਹਾਂ ਦੀ ਜਿਹੜੀ ਮੀਟਿੰਗ ਹੋਊਗੀ, ਔਰ ਉਹਨਾਂ ਨੇ ਕਹਿਤਾ ਕਿ ਅਸੀਂ ਇਹ ਮੀਟਿੰਗ ਆਉਣ ਵਾਲੇ ਸਮੇਂ 'ਚ ਸ਼ੁਰੂ ਕਰ ਰਹੇ ਹਾਂ। ਔਰ ਉਹਦੇ ਵਿੱਚ ਅਸੀਂ ਜਿਹੜੇ ਚੋਣ ਪ੍ਰਚਾਰ ਕਰਨ ਵਾਲੇ ਜਾਂ ਜਿਹੜੇ ਉਹਦੇ 'ਚ ਪ੍ਰਚਾਰਕ ਨੇ, ਲੋਕਾਂ ਤੱਕ ਪਹੁੰਚਣ ਵਾਲੇ, ਡੋਰ ਟੂ ਡੋਰ, ਔਰ ਉਹਦੇ ਵਿੱਚ ਜਿਹੜੀ ਸਾਡੇ ਕਾਰਜਕਾਰਨੀ ਕਮੇਟੀ ਆ, ਉਹਦੀ ਸਾਰੀ ਅੰਤਮ ਸ਼ੋਅ ਹੋ ਜਾਏਗੀ। ਔਰ ਉਹਦੇ ਵਿੱਚ ਜਿੰਨੇ ਪ੍ਰਮੁੱਖ ਲੀਡਰ ਆ, ਉਹਨਾਂ ਦੀ ਇੱਕ ਵੱਡੀ ਦੀ ਵੱਡੀ ਫਿਕਸ ਬਣ ਜਾਏਗੀ, ਲੀਡਰ ਜਿਹੜੇ ਜਿਨ੍ਹਾਂ ਨੇ ਹੁਕਮ ਕਰਨੇ, ਬੋਲਣਾ। ਔਰ ਇਹਦੇ ਵਿੱਚ ਵਰਕਰ ਉਹ ਵੀ ਆਉਣਗੇ ਕੰਮ ਕਰਨ ਵਾਲੇ। ਇਸ ਵੇਲੇ ਸਾਰਾ ਤਾਣਾ ਬਾਣਾ ਇਹਨਾਂ ਨੇ ਬਣਾ ਦੇਣਾ, ਸਾਰਾ ਜਿਹੜੀ ਬਣਤਰ ਆ ਵੀ ਇਹਦੇ ਵਿੱਚ ਕਿਹਨੇ ਕਿਹਨੇ ਕੀ ਕੰਮ ਕਰਨਾ, ਔਰ ਪੂਰੇ ਦਾ ਪੂਰਾ ਨਕਸ਼ਾ ਬਣਾ ਦੇਣਗੇ, ਰੋਡ ਮੈਪ, ਕਿੱਥੇ ਕਿੱਥੇ ਕਿਹਦੀ ਡਿਊਟੀ ਲੱਗਣੀ, ਕਿਉਂਕਿ ਇੰਡੀਆ ਦੀ ਗੱਲ ਹੈ, ਕੁਝ ਰਿਮੋਟ ਏਰੀਆ ਹੈਗੀ ਆ। ਹੁਣ ਜਿੱਥੇ ਜਿੱਥੇ ਹਿੰਸਾ ਫੈਲੀ ਹੈ, ਉੱਥੇ ਵੀ ਇਹਨਾਂ ਨੂੰ ਜਾਣਾ ਪੈਣਾ। ਜਿਸ ਤਰ੍ਹਾਂ ਹੁਣ ਮਨੀਪੁਰ ਦੇ ਵਿੱਚ ਇੱਕ ਬੜਾ ਕੁਝ ਹੋ ਗਿਆ, ਔਰ ਉਹਦੇ ਵਿੱਚ ਗੌਰਮੈਂਟ BJP ਦੀ ਹੈਗੀ ਆ, ਜਿਹੜੇ ਬਰਨ ਸਿੰਘ ਨੇ, ਉਹਨਾਂ ਦੇ ਉੱਥੇ ਮੁੱਖ ਮੰਤਰੀ ਹੈ, ਔਰ ਉਹ ਉੱਥੇ ਜਾ ਕੇ ਵੀ ਇਹਨਾਂ ਨੇ ਆਪਣੇ ਬੰਦੇ ਲਾ ਦਿੱਤੇ ਆ, ਉੱਥੇ ਵੀ ਜਾਣਗੇ। ਜਿੱਥੇ ਜਿੱਥੇ ਰੌਲਾ ਪੈ ਰਿਹਾ, ਉੱਥੇ ਤਾਂ ਇਹਨਾਂ ਨੂੰ ਜਾਣਾ ਪੈਣਾ, ਕਿਉਂਕਿ ਆਉਣ ਵਾਲੇ ਦਿਨਾਂ 'ਚ ਸ਼ਾਇਦ ਉਹ ਰੁਕਦਾ ਰੌਲਾ ਜਾਂ ਨਹੀਂ ਰੁਕਦਾ। ਉਹਨਾਂ ਦੇ ਸਾਰੇ ਸ਼ਹਿਰਾਂ ਵਿੱਚ, ਔਰ ਮੇਘਾਲਿਆ ਵਰਗੇ, ਸ਼ਿਲੌਂਗ ਏਰੀਆ ਜਿਹੜਾ ਹੈਗਾ, ਅਸਾਮ, ਇਹਨਾਂ ਏਰੀਆ 'ਚ ਵੀ, ਰਿਮੋਟ ਏਰੀਆ ਜਿੱਥੇ ਹੈਗੇ ਆ, ਨਾਗਾਲੈਂਡ ਦੇਖ ਲਓ, ਉਹਨਾਂ ਏਰੀਆ 'ਚ ਵੀ ਜਿੱਥੇ ਲੋਕ ਜਾਣ ਤੋਂ ਡਰਦੇ ਵੀ ਆ, ਜਿੱਥੇ ਆਦਿਵਾਸੀ ਰਹਿੰਦੇ ਆ। ਮਣੀਪੁਰ ਦਾ ਹਾਲ ਵੀ ਉਹੀ ਹੈ, ਜੰਗਲੀ ਏਰੀਆ ਸਾਰਾ, ਉਹਦੇ ਵਿੱਚ ਜਿਹੜੇ ਰਹਿ ਰਹੇ ਆ ਮਤੋਈ ਵਗੈਰਾ, ਨਾਗੀ, ਸਾਰੇ ਉਹ ਲੋਕ। ਹੁਣ ਇਹਨਾਂ ਨੇ ਐਤਕੀ ਇਹ ਧਾਰ ਲਿਆ ਹੈਗਾ ਕਿ ਅਸੀਂ ਸਾਰਿਆਂ ਨੂੰ ਵੱਡੀ ਸ਼ਾਬਾਸ਼ੀ ਦੇ ਕੇ ਅੱਗੇ ਤੋਰਨਾ ਹੈਗਾ, ਔਰ ਨਾ ਕੋਈ ਲੜਾਈ ਹੋਵੇ, ਨਾ ਕੋਈ ਝਗੜਾ ਹੋਵੇ। ਫਾਈਨਲ ਕਰ ਲੈਣਾ ਪਹਿਲੋਂ ਵੀ ਕਿਹੜਾ ਪ੍ਰਧਾਨ ਮੰਤਰੀ ਹੋਊਗਾ, ਕਿਹੜੇ ਕਾਰਜਕਾਰਨੀ ਕਮੇਟੀ ਦੇ ਹੈੱਡ ਹੋਣਗੇ, ਔਰ ਕਿਹੜੇ ਦੇ ਵਿੱਚ ਕਿੰਨਾ ਬਜਟ ਹੋਊਗਾ, ਕਿਧਰੋਂ ਪੈਸਾ ਆਉਣਾ, ਪੈਸਾ ਵੀ ਆਉਣਾ, ਗੱਡੀਆਂ ਚੱਲਣੀਆਂ, ਬੜਾ ਕੁਝ ਹੋਣਾ। ਔਰ ਰਾਹੁਲ ਗਾਂਧੀ ਤੇ ਇਹਨਾਂ ਦਾ ਗੁਣਾ ਪੈ ਰਿਹਾ ਕਿ ਆਉਣ ਵਾਲੇ ਜਿਹੜੇ ਪ੍ਰਧਾਨ ਮੰਤਰੀ ਉਹ ਹੋਣਗੇ। ਹੁਣ ਉਹਦੇ ਵਿੱਚ ਦੇਖੋ ਕੀ ਹੋਗਾ, ਨਿਤਿਸ਼ ਕੁਮਾਰ ਤੇ ਔਰ ਮਮਤਾ ਬੈਨਰਜੀ, ਉਹਨਾਂ ਦਾ ਵੀ ਨਾਂ ਆ ਰਿਹਾ ਸੀ ਇਹਦੇ ਵਿੱਚ। ਔਰ ਬਾਕੀ ਲੀਡਰ ਜਿਹੜੇ ਹੈਗੇ ਨੇ, ਲਾਲੂ ਪ੍ਰਸਾਦ ਯਾਦਵ ਜੀ ਵੀ ਬਹੁਤ ਪੁਰਾਣੇ ਲੀਡਰ ਨੇ। ਹੁਣ ਇਹਨਾਂ ਦੀ ਸਹਿਮਤੀ ਨਾਲ ਸਾਰਾ ਕੁਝ ਹੋਣਾ। ਜਿਹੜੇ ਸ਼ਰਦ ਯਾਦਵ ਵੱਡੇ ਲੀਡਰ ਨੇ, ਉਹ ਹੈੱਡ ਨੇ ਇਹਨਾਂ ਦੇ, ਔਰ ਇਹਦੇ ਨਾਲ ਸਾਰਾ ਕੁਝ ਇਹਨਾਂ ਨੇ ਆਪਣੇ ਆਪ ਬਗੈਰ ਰੌਲੇ ਤੋਂ ਇਹਨਾਂ ਨੇ ਨਜਿੱਠ ਲੈਣਾ। ਇਹਨਾਂ ਨੂੰ ਪਤਾ ਹੈਗਾ ਕਿ ਅੱਗੇ ਰੂਲਿੰਗ ਪਾਰਟੀ ਸਾਡੀ ਖਿੱਚਾਤੂਈ ਹੋ ਰਹੀ ਆ, ਸਾਡੇ ਨਾਂ ਤੋਂ ਹੀ ਰੌਲਾ ਪੈ ਗਿਆ, ਤਾਂ ਅੱਗੇ ਜੇ ਕੰਮ ਨਾ ਕੋਈ ਚੱਜ ਦਾ ਕੀਤਾ ਤੇ ਹੋਰ ਰੌਲਾ ਪੈਣਾ, ਤੇ ਫਿਰ ਵੋਟਾਂ ਤੋਂ ਪਹਿਲਾਂ ਲੋਕਾਂ ਨੇ ਸਫਾਇਆ ਕਰ ਦੇਣਾ ਸਾਡਾ। ਇਸ ਕਰਕੇ ਸਹਿਮਤੀ ਬਣਦੀ ਪਈ ਆ। ਚਲੋ ਆਪਾਂ ਅੱਗੇ ਚੱਲੀਏ। ਸਹਿਮਤੀ ਬਣੇ ਤੇ ਆਪਸ ਵਿੱਚ ਪਾੜੇ ਨਾ ਪੈਣ ਕਿ ਮੈਂ ਪ੍ਰਧਾਨ ਮੰਤਰੀ ਬਣਨਾ, ਇੰਨੀ ਟਰਮ ਵਾਸਤੇ ਉਹਨੂੰ ਬਣਾ ਲਓ, ਇੰਨੀ ਟਰਮ ਵਾਸਤੇ ਉਹਨੂੰ ਲੈ ਆਓ, ਇਹ ਜਲੂਸ ਨਾ ਨਿਕਲੇ। ਸਹੀ ਤਰੀਕੇ ਨਾਲ ਕੰਮ ਕਰੋ ਜਿਹੜਾ ਕਰਨਾ ਹੈ। ਫਿਰ ਉਹੀ ਗੱਲ ਆ ਜਾਂਦੀ ਕਿ ਦੇਸ਼ ਨੂੰ ਮੁੱਖ ਰੱਖ ਕੇ ਚੱਲੋ, ਤਮਾਸ਼ੇਬਾਜ਼ੀਆਂ ਬਹੁਤ ਹੋ ਗਈਆਂ, ਫਿਰ ਆ ਦੇਸ਼ ਨੂੰ ਮੁੱਖ ਰੱਖਣਾ ਪੈਣਾ ਤਾਂ ਹੀ ਗਤੀ ਹੈਗੀ, ਨਹੀਂ ਤੇ ਬਹੁਤ ਤਮਾਸ਼ੇ ਹੋ ਰਹੇ ਨੇ। ਨਹੀਂ ਤਾਂ ਆਉਣ ਵਾਲਾ ਸਮਾਂ ਫਿਰ ਜਿਹੜਾ ਹੈਗਾ ਨਾ, ਬਿਲਕੁਲ ਸਾਵਾਂ ਨਹੀਂ, ਪੱਧਰਾ ਨਹੀਂ ਹੋਊਗਾ। ਉਹਦੇ ਵਿੱਚ ਵੀ ਖੱਡੇ ਹੋਣਗੇ, ਔਰ ਉਹਦੇ ਵਿੱਚ ਵੀ ਬੜੇ ਤਰੀਕੇ ਦੇ ਜਿਹੜੇ ਹੈਗੇ ਨਾ ਨੁਕਸਾਨ ਹੋਣਗੇ। ਅੰਮ੍ਰਿਤਸਰ ਦੇ ਵਿੱਚ ਨਵੇਂ ਸਕੂਲ
ਜਿਹੜੇ ਐਮੀਨੈਂਸ ਸਕੂਲ ਆਫ ਐਮੀਨੈਂਸ ਨੇ ਉਹਦਾ ਉਦਘਾਟਨ ਹੋਇਆ ਹੈ, ਆਹ। ਉਹਦੇ ਵਿੱਚ ਫਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਸਰਕਾਰ ਨੂੰ ਘੇਰ ਲਿਆ। ਹਾਲਾਂਕਿ ਉਹ ਹੈਗੇ ਉੱਦਾਂ ਦੇ ਵਿਧਾਇਕ ਨੇ। ਆ ਕੁੰਵਰ ਵਿਜੇ ਪ੍ਰਤਾਪ ਸਿੰਘ ਪੁਰਾਣੇ ਆਫਿਸਰ ਨੇ, ਜਿਨ੍ਹਾਂ ਬਾਰੇ ਪੁਲਿਸ ਕੇਜਰੀਵਾਲ ਕਹਿੰਦੇ ਸੀ ਮੇਰਾ ਆਫਿਸਰ ਭਾਈ। ਆ ਹੁਣ ਆਫਿਸਰ ਭਾਈ ਨੂੰ ਕੋਈ ਕੰਮ ਤਾਂ ਦਿੱਤਾ ਨਹੀਂ, ਨਹੀਂ ਦਿੱਤਾ, ਸਹੀ ਗੱਲ। ਉੱਥੇ ਬਿਠਾਇਆ ਹੋਇਆ ਅੰਮ੍ਰਿਤਸਰ ਦੇ ਵਿੱਚ ਬਿਨਾਂ ਕੰਮ ਤੋਂ, ਬਿਨਾਂ ਕਿਸੇ ਪੋਰਟਫੋਲੀਓ ਤੋਂ। ਆ ਔਰ ਉਹਨਾਂ ਨੇ ਹੁਣ ਘੇਰਿਆ ਕਿ ਸਕੂਲ ਆਫ ਐਮੀਨੈਂਸ ਬਾਰੇ ਆਓ ਜ਼ਰਾ ਖੁੱਲ੍ਹ ਕੇ ਗੱਲ ਕਰੀਏ। ਇਹਨਾਂ ਨੇ ਟਵੀਟ ਵੀ ਕੀਤਾ, ਸੋਸ਼ਲ ਮੀਡੀਆ ਤੇ ਭੇਜਿਆ ਵੀ ਆ, ਔਰ ਇਹ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਆ। ਉੱਥੇ ਉਦਘਾਟਨ ਸੀ ਐਮੀਨੈਂਸ ਸਕੂਲ ਦਾ, ਪਹਿਲੇ ਸਕੂਲ ਦਾ, ਰਣਜੀਤ ਨਗਰ ਦੇ ਵਿੱਚ। ਔਰ ਉਹਦੇ ਵਿੱਚ ਕੇਜਰੀਵਾਲ ਸਾਹਿਬ ਵੀ ਆਏ ਗਏ, ਭਗਵੰਤ ਮਾਨ ਖੁਦ ਗਏ ਉੱਥੇ। ਔਰ ਉਹਦੇ ਵਿੱਚ ਇੰਦਰਬੀਰ ਸਿੰਘ ਨਿੱਜਰ ਜਿਹੜੇ ਸਾਬਕਾ ਮੰਤਰੀ ਨੇ, ਹੈ ਤਾਂ ਇਸ ਵੇਲੇ ਐਮਐਲਏ ਹੁਣ, ਪਰ ਪਹਿਲਾਂ ਮੰਤਰੀ ਵੀ ਰਹੇ ਆ, ਉਹ ਵੀ ਸੀਗੇ। ਇਹਨਾਂ ਨੇ ਇਕੱਠਿਆਂ ਨੇ ਟਵੀਟ ਕੀਤਾ। ਇਹਨਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਵੀ ਆ ਦੇਖਿਆ ਜੇ ਸਾਰਾ ਕੁਝ ਤੁਸੀਂ ਮੰਤਰੀ ਰਹੇ ਜੇ, ਅਸੀਂ ਵਾਅਦਾ ਕੀਤਾ ਸੀਗਾ ਅੱਛੀ ਵਿਦਿਆ ਪ੍ਰਦਾਨ ਕਰ ਲਈ, ਅੱਛੇ ਸਕੂਲ ਬਣਾਉਣ ਲੱਗੇ। ਅਸੀਂ ਇਹ ਨਹੀਂ ਸੀ ਕੀਤਾ ਕਿ ਇਹਨੂੰ ਰੈਨੋਵੇਟ ਹੀ ਕਰਕੇ ਲਾ ਦਿਓ। ਉਹ ਸਮਾਰਟ ਸਕੂਲ ਕਹਿੰਦੇ ਆਲਰੇਡੀ ਹੈਗਾ, ਉਹਦੇ 'ਚ ਸਾਰਾ ਕੁਝ ਉਹੀ ਆ, ਉਹੀ ਸਟਾਫ ਆ, ਉਹੀ ਬੱਚੇ ਆ, ਤੇ ਨਵਾਂ ਉਹਦੇ ਵਿੱਚ ਕੀ ਕੁਝ ਹੋ ਗਿਆ। ਜਦੋਂ ਕਹਿੰਦੇ ਇਹਨਾਂ ਨੇ ਭਾੜੇ ਦੇ ਬੰਦੇ ਲਿਆਂਦੇ ਆ, ਬੱਸਾਂ ਤੇ ਲੈ ਕੇ ਆਏ, ਔਰ ਟੀਚਰ ਜਿਹੜੇ ਵਿਚਾਰੇ ਉਹਨਾਂ ਦੀ ਖਾਸ ਤੌਰ ਤੇ ਡਿਊਟੀ ਲਾਈ ਆ, ਤੁਸੀਂ ਇੱਥੇ ਕੁਰਸੀ ਤੇ ਬੈਠੋਗੇ, ਤੁਸੀਂ ਇੱਥੇ ਆ ਕੇ ਬੈਠੋਗੇ ਐਜ਼ ਏ ਆਡੀਅנס। ਔਰ ਟੀਚਰਾਂ ਨੇ ਵੀ ਆਲੋਚਨਾ ਕੀਤੀ ਹੈ ਕਿ ਸਾਨੂੰ ਇਹਨਾਂ ਨੇ ਕਿਹਾ ਸੀਗਾ ਕਿ ਤੁਹਾਡੇ ਕੋਲ ਦੂਜਾ ਕੰਮ ਨਹੀਂ ਲਾਵਾਂਗੇ। ਹੁਣ ਇੱਕ ਪਾਸੇ ਅਸੀਂ ਬੱਚੇ ਪੜ੍ਹਾ ਰਹੇ ਹਾਂ, ਉੱਧਰੋਂ ਛੁੱਟੀ ਲੈ ਕੇ ਤੇ ਅਸੀਂ ਇੱਥੇ ਆ ਕੇ ਬੈਠ ਗਏ ਹਾਂ ਉਹਨਾਂ ਦੀ ਕੁਰਸੀਆਂ ਤੇ ਪੰਡਾਲ ਦੇ ਵਿੱਚ। ਔਰ ਇਹ ਗੱਲ ਜਿਹੜੀ ਹੈਗੀ ਆ ਉਹਨਾਂ ਨੇ ਇਹ ਛਾਇਆ ਕਰ ਦਿੱਤੀ ਆ। ਇਹਦੇ ਵਿੱਚ ਕੋਈ ਗੁੱਸਾ ਗਿਲੇ ਵਾਲੀ ਕੋਈ ਪ੍ਰਤਾਪ ਸਿੰਘ ਬਾਜਵਾ ਜੀ ਨੇ ਨਹੀਂ ਕਿਹਾ, ਜਾਂ ਵਿਰੋਧੀ ਧਿਰ ਦੇ ਵੜਿੰਗ ਸਾਹਿਬ ਨੇ ਨਹੀਂ ਕਿਹਾ, ਇਹ ਉਹਨਾਂ ਦੇ ਆਪਣੇ ਐਮਐਲਏ ਕਹਿ ਰਹੇ। ਇਹਦਾ ਮਤਲਬ ਸੱਚ ਤਾਂ ਸੱਚ ਹੀ ਆ, ਜਿਹੜੀ ਉਹਨਾਂ ਨੇ ਚੀਜ਼ ਵੇਖੀ ਹੈਗੀ ਆ। ਉਹਨਾਂ ਨੇ ਕਿਹਾ ਕਿ ਇਹ ਨਹੀਂ ਤੁਸੀਂ ਵੀ ਜਿਹੜੀ ਰੋਟੀ ਤਾਂ ਉਹੀ ਆ, ਉਹਨੂੰ ਚੋਪੜ ਕੇ ਦੇ ਦੋਗੇ ਤਾਂ ਗੱਲ ਤਾਂ ਉਹੀ ਆ, ਭੁੱਖ ਤਾਂ ਉਹਨੀ ਮਿਟਣੀ ਹੈਗੀ ਆ। ਹੁਣ ਇਹ ਪੈਸਾ ਕਿਉਂ ਬਰਬਾਦ ਕਰ ਰਹੇ ਜੇ, ਜਿਹਦੇ ਵਿੱਚ ਇਹਨਾਂ ਨੇ ਅੱਗੇ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਸੀਗਾ, ਜਿਹੜੇ ਇਹਨਾਂ ਨੇ ਮਹੱਲਾ ਕਲੀਨਿਕ ਬਣਾਏ ਸੀਗੇ, ਉਹ ਪੁਰਾਣੇ ਕਲੀਨਿਕ ਜਿਹੜੇ ਆ ਉਹਨਾਂ ਦੀਆਂ ਇਮਾਰਤਾਂ ਨੂੰ ਰੈਨੋਵੇਟ ਕਰਕੇ ਉਹਦੇ ਵਿੱਚ ਦੁਬਾਰਾ ਮਹੱਲਾ ਕਲੀਨਿਕ ਲਿਖ ਦਿੱਤਾ। ਉਹਦੇ ਵਿੱਚ ਵੀ ਇਹਨਾਂ ਦੀਆਂ ਊਣਤਾਂ ਫੜੀਆਂ ਗਈਆਂ। ਔਰ ਇਹ ਤੀਜੀ ਚੌਥੀ ਗੱਲ ਹੈਗੀ ਆ, ਜਿੱਥੇ ਕਹਿ ਰਹੇ ਅਸੀਂ ਬੜਾ ਕੁਝ ਕਰ ਰਹੇ ਹਾਂ, ਉਸੇ ਵੇਲੇ ਸੋਸ਼ਲ ਮੀਡੀਆ ਤੇ ਆ ਜਾਂਦਾ। ਐਤਕੀ ਤਾਂ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਦੇ ਆਪਣੇ ਐਮਐਲਏ ਨੇ ਕਿਹਾ, ਔਰ ਆਈਪੀਐਸ ਆਫੀਸਰ ਨੇ ਜਿਨ੍ਹਾਂ ਨੇ ਗੱਲ ਕੀਤੀ ਆ, ਔਰ ਇੰਦਰਬੀਰ ਸਿੰਘ ਨਿੱਜਰ ਇਹਨਾਂ ਦੇ ਆਪਣੇ ਮੰਤਰੀ ਨੇ। ਤੁਸੀਂ ਦੇਖੋ ਕਿ ਹਮੇਸ਼ਾ ਗੱਲ ਹੁੰਦੀ ਹੈ ਆਮ ਆਦਮੀ ਪਾਰਟੀ ਵੱਲੋਂ ਕਿ ਅਸੀਂ ਦੇਸ਼ ਵਾਸਤੇ, ਸੂਬੇ ਵਾਸਤੇ ਕੰਮ ਕਰਨਾ ਹੈ। ਔਰ ਇੱਕ ਗੱਲ ਅਸੀਂ ਹਮੇਸ਼ਾ ਪੁਆਇੰਟ ਆਊਟ ਕਰਨੇ ਆ, ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦਾ ਐਕਸਪੀਰੀਅੰਸ, ਉਹਦੀ ਵਰਤੋਂ ਕਿਉਂ ਨਹੀਂ ਕਰ ਰਹੇ? ਉਹਨਾਂ ਨੂੰ ਕਿਉਂ ਵਿਹਲਾ ਕਰਕੇ ਬਿਠਾਇਆ ਹੈ? ਤੁਹਾਨੂੰ ਇਹ ਡਰ ਲੱਗਦਾ ਹੈ ਕਿ ਇਹ ਐਕਸਪੀਰੀਅੰਸਡ ਬੰਦਾ ਹੈ, ਨੌਲੇਜ ਵਾਲਾ ਬੰਦਾ ਹੈ, ਪੁਰਾਣਾ ਪੁਲਿਸ ਆਫਿਸਰ ਹੈ, ਔਰ ਇਹਦਾ ਕੱਦ ਵੱਡਾ ਹੋ ਗਿਆ ਤਾਂ ਅਸੀਂ ਛੋਟੇ ਹੋ ਜਾਵਾਂਗੇ, ਔਰ ਇਹ ਸਾਰੀ ਪਾਰਟੀ ਦੀ ਬਾਗਡੋਰ ਜਾਂ ਕਮਾਨ ਆਪਣੇ ਹੱਥ 'ਚ ਲੈ ਸਕਦਾ ਹੈ, ਪਾਰਟੀ ਦੇ ਲੋਕ ਇਹਦੇ ਵੱਲ ਜਾ ਸਕਦੇ ਨੇ, ਪੰਜਾਬ ਦੇ ਲੋਕ ਇਹਦੇ ਵੱਲ ਜਾ ਸਕਦੇ ਨੇ, ਇਹ ਤਾਂ ਸਾਡੇ ਮੁਕਾਬਲੇ 'ਚ ਖੜਾ ਹੋ ਜਾਏਗਾ, ਆਪਣੀ ਹੀ ਪਾਰਟੀ ਦੇ ਵਿੱਚ ਇੱਕ ਕੰਪੀਟੀਟਰ ਖੜਾ ਹੋ ਜਾਏਗਾ। ਇਹਨਾਂ ਨੂੰ ਇਹ ਡਰ ਲੱਗਦਾ, ਇਸ ਕਰਕੇ ਅਲੱਗ ਬਿਠਾਇਆ ਕਿ ਇਹ ਬੰਦਾ ਪਰਫਾਰਮ ਹੀ ਨਾ ਕਰ ਸਕੇ। ਇੱਕ ਪਾਸੇ ਕਹਿ ਰਹੇ ਨੇ ਕਿ ਨਸ਼ਿਆਂ ਨੂੰ ਅਸੀਂ ਕੰਟਰੋਲ ਕਰਾਂਗੇ, ਉਹਦੇ 'ਚ ਪੁਲਿਸ ਨੂੰ ਇਹਨਾਂ ਨੇ ਇਸ ਵੇਲੇ ਜ਼ੋਰ ਲਾ ਕੇ ਦੇ ਦਿੱਤਾ, ਕੰਟਰੋਲ ਕਰ ਲਈ। ਉਹਦੇ 'ਚ ਜਿੰਨੇ ਐਸਐਸਪੀ ਉਹਨਾਂ ਨੂੰ ਹਦਾਇਤਾਂ ਕਰਤੀਆਂ। ਔਰ ਕਿਉਂ ਨਹੀਂ ਕੰਟਰੋਲ ਦੇ ਜਿਹੜੇ ਹੈੱਡ ਨੇ ਜਾਂ ਹੋਮ ਮਿਨਿਸਟਰੀ ਦਾ ਇਹਨਾਂ ਨੂੰ ਦੇ ਦਿੰਦੇ, ਕਿਉਂਕਿ ਪੁਲਿਸ ਆਫੀਸਰ ਰਹੇ ਆ। ਦੂਜੇ ਪਾਸੇ ਪਾਵਰ ਇਹਨਾਂ ਕੋਲ, ਇਹਨਾਂ ਨੂੰ ਪਤਾ ਹੈਗਾ ਕਿ ਨਸ਼ਾ ਕਿੱਥੇ ਕਿੱਥੇ ਵਿਕ ਰਿਹਾ, ਕਿਉਂ ਵਿਕ ਰਿਹਾ, ਉਹਦੇ ਪਿੱਛੇ ਤਸਕਰ ਕੌਣ ਨੇ, ਔਰ ਬੱਚਿਆਂ ਨੂੰ ਕਿਸ ਤਰ੍ਹਾਂ ਸਮਝਾਉਣਾ ਬੁਝਾਉਣਾ ਹੈਗਾ, ਉਹਨਾਂ ਨੂੰ ਕਿਸ ਤਰ੍ਹਾਂ ਕੰਮ ਦੇਣਾ। ਔਰ ਇਹਨਾਂ ਨੇ ਅੱਗੇ ਵੀ ਕਿਹਾ ਸੀਗਾ ਕਿ ਜਿਹੜੀ ਬੇਰੁਜ਼ਗਾਰੀ ਹੈ, ਜਿੱਥੇ ਕੰਮ ਨਹੀਂ ਹੈਗਾ ਉੱਥੇ ਨਸ਼ਾ ਵੀ ਜ਼ਿਆਦਾ ਆਉਂਦਾ ਵਾ। ਵਿਹਲੜ ਬੱਚੇ ਜਿਹੜੇ ਇਸ ਪਾਸੇ ਆਉਂਦੇ ਆ, એનર્ਜੀ ਇਸ ਪਾਸੇ ਜ਼ਿਆਦਾ ਵਰਤੀ ਜਾਂਦੀ ਆ। ਉਹ ਇਹਨਾਂ ਨੇ ਕਿਹਾ ਸੀ ਕਿ ਜੇ ਬੰਦਾ ਸਰਕਾਰੀ ਨੌਕਰੀ 'ਤੇ ਹੈਗਾ, ਉਹਨੂੰ ਪਤਾ ਮੈਂ ਟਾਈਮ ਸਿਰ ਜਾਣਾ, ਟਾਈਮ ਸਿਰ ਆਉਣਾ, ਜੇ ਮੈਂ ਉੱਥੇ ਨਸ਼ਾ ਖਾਧਾ ਜਾਂ ਕੁਝ ਪੀਤਾ ਮੇਰਾ ਪਤਾ ਲੱਗੂਗਾ, ਉਹ ਡਿਸਿਪਲਿਨ 'ਚ ਰਹੂਗਾ। ਔਰ ਜੇ ਉਹਨਾਂ ਨੂੰ ਵਿਹਲੇ ਰੱਖਾਂਗੇ ਬਕਾਇਦਾ ਤੌਰ 'ਤੇ, ਉਹ ਉਹਨਾਂ ਦਾ ਮਾਰਗਦਰਸ਼ਨ ਅਸੀਂ ਵਧੀਆ ਨਹੀਂ ਕਰਾਂਗੇ, ਉਹਨਾਂ ਨੂੰ ਕੁਰਾਹੇ ਪਾ ਦਾਂਗੇ। ਔਰ ਇਸ ਕਰਕੇ ਇਹਨਾਂ ਨੇ ਕਿਹਾ ਸੀ ਤੁਹਾਡੀ ਗੱਲ ਸਹੀ ਆ, ਐਕਸਪੀਰੀਅੰਸ ਵਾਲੇ ਨੇ, ਔਰ ਖਾਸ ਤੌਰ 'ਤੇ ਆਫੀਸਰ ਰਹੇ ਆ ਪੰਜਾਬ ਪੁਲਿਸ ਦੇ ਵਿੱਚ। ਇਹਨਾਂ ਨੂੰ ਪਤਾ ਪਿੰਡਾਂ ਦਾ, ਲੋਕਾਂ ਦਾ, ਪੰਚਾਇਤਾਂ ਦਾ, ਔਰ ਇਹਨਾਂ ਨੂੰ ਪੂਰੀ ਨਫਰੀ ਦਾ ਕਿ ਲੋਕ ਕੀ ਚਾਹੁੰਦੇ ਨੇ, ਅਸੀਂ ਕੀ ਦੇਣਾ ਹੈਗਾ। ਬਕਾਇਦਾ ਇਹਨਾਂ ਨੂੰ ਦੇਣਾ ਚਾਹੀਦਾ ਸੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਪੋਰਟਫੋਲੀਓ ਜਿਹਦੇ 'ਤੇ ਚੰਗਾ ਕੰਮ ਕਰਦੇ। ਹੁਣ ਇਹਨਾਂ ਦੀ એનર્ਜੀ ਵੀ ਵੇਸਟ ਗਈ ਹੈ। ਇਹ ਹੁਣ ਜਾਣਗੇ ਉਹਨਾਂ ਦੀਆਂ ਬਾਕੀ ਗੱਲਾਂ ਫੜਨਗੇ ਐਜ ਏ ਪੁਲਿਸ ਆਫੀਸਰ, ਜਿੱਦਾਂ ਲੋਕਾਂ ਨੂੰ ਫੜਦੇ ਹੁੰਦੇ ਆ। ਕੱਲ੍ਹ ਇਹਨਾਂ ਨੂੰ ਫੜ ਲਿਆ, ਜਾਂ ਤੁਸੀਂ ਕੀ ਕਰਦੇ ਜੇ, ਉਹੀ ਮਾਰਤਾ, ਉਹੀ ਬੱਚੇ ਆ, ਉਹੀ ਟੀਚਰ ਆ, ਅਤੇ ਕੀ ਨਵਾਂ ਕਰ ਦਿੱਤਾ। ਇਹ ਹੁਣ ਇਹ ਵੀ ਉਹਨਾਂ 'ਤੇ ਵੱਡੇ ਛਾਪੇ ਹੀ ਮਾਰਨਗੇ, ਛਾਪਾ ਹੀ ਉਹਨਾਂ 'ਤੇ, ਰੇਡ ਹੀ ਹੈ। ਔਰ ਇਹ ਜਿਹੜੀ ਆਪ ਸਰਕਾਰ ਜਾਂ ਭਗਵੰਤ ਮਾਨ ਜੀ, ਇਹਨਾਂ ਨੂੰ ਬਚਣਾ ਚਾਹੀਦਾ ਇਸ ਗੱਲੋਂ, ਇਹਨਾਂ ਨੂੰ ਆਰੇ ਲਾਉਣਾ ਚਾਹੀਦਾ। ਤੁਹਾਡੀ ਗੱਲ ਸਹੀ ਆ। ਬਿਲਕੁਲ, ਆਪਾਂ ਅੱਗੇ ਵਧੀਏ ਜੀ। ਅੱਗੇ ਗੱਲ ਇਹ ਹੈ ਕਿ ਹੁਣ ਇਹ ਕਾਫੀ ਦਿਨਾਂ ਦੀ ਚਰਚਾ ਹੁੰਦੀ ਪਈ, ਪੰਜਾਬ ਦੇ ਵਿੱਚ ਇੰਡਸਟਰੀ ਲੈ ਕੇ ਆਓ, ਸਨਅਤਕਾਰਾਂ ਨੂੰ ਲੈ ਕੇ ਆਓ, ਬਾਹਰੋਂ ਇਨਵੈਸਟਮੈਂਟ ਲੈ ਕੇ ਆਓ, ਇਹ ਸਾਰੀਆਂ ਗੱਲਾਂ ਤਕਰੀਬਨ ਹੁੰਦੀਆਂ ਪਈਆਂ ਨੇ। ਔਰ
ਕੇਜਰੀਵਾਲ ਸਾਹਿਬ ਵੀ ਆਏ ਹੋਏ ਨੇ ਮੁੱਖ ਮਹਿਮਾਨ ਵਜੋਂ, ਥਾਂ ਤੇ ਪੋਸਟਰ ਲੱਗੇ ਹੋਏ ਨੇ, ਅਸੀਂ ਦੇਖਦੇ ਪਏ ਹਾਂ। ਔਰ ਜਲੰਧਰ ਦੇ ਵਿੱਚ ਵੀ ਮਿਲਣੀ ਹੋਈ ਹੈ, ਅਸੀਂ ਇਹ ਵੀ ਦੇਖਿਆ। ਹੁਣ ਇਸ ਮਿਲਣੀ ਦੇ ਵਿੱਚੋਂ ਕੁਝ ਨਿਕਲਿਆ ਵੀ ਕਿ ਮਿਲਣੀਆਂ ਹੀ ਹੁੰਦੀਆਂ ਰਹੀਆਂ ਨੇ, ਇਹ ਆਪਾਂ ਵਿਚਾਰ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਸਨਅਤਕਾਰਾਂ ਦੀ ਮਿਲਣੀ ਇੱਥੇ ਜਲੰਧਰ 'ਚ ਕੀਤੀ ਆ। ਇੰਡਸਟਰੀ ਏਰੀਆ ਜਿਹੜਾ ਹੈਗਾ, ਸਨਅਤਕਾਰ ਇੱਥੇ ਬਹੁਤ ਹੈਗੇ ਆ, ਔਰ ਇਹਦੇ ਵਿੱਚ ਉਹਨਾਂ ਦੀਆਂ ਮੰਗਾਂ ਸੀਗੀਆਂ, ਉਹਨਾਂ ਨੂੰ ਇਹਨਾਂ ਨੇ ਲਿਖ ਲਿਆ, ਲਿਸਟ ਦਿੱਤੇ, ਹੁਣ ਇੰਪਲੀਮੈਂਟ ਹੁੰਦੀ ਹੈ ਕਿੱਦਾਂ ਦੀ। ਇੱਕ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਸਪੋਰਟਸ ਯੂਨੀਵਰਸਿਟੀ ਬਣਨੀ ਚਾਹੀਦੀ ਹੈ, ਔਰ ਸਪੋਰਟਸ ਦੀ ਹੱਬ ਹੈ, ਜੋ ਸਮਾਨ ਬਣਦਾ, ਜਿਹੜੀਆਂ ਪ੍ਰੋਡਕਟ ਬਣਦੀਆਂ ਜਲੰਧਰ ਦੇ ਵਿੱਚ ਬਣਦੀਆਂ, ਔਰ ਕਿਤਾਬਾਂ ਦਾ ਹੱਬ ਆ, ਕਿਤਾਬਾਂ ਇੱਥੋਂ ਛਪਦੀਆਂ, ਇੱਥੇ ਹੁੰਦਾ ਸਾਰਾ ਕੁਝ। ਉਹਨਾਂ ਦੀ ਵੀ ਹੈਲਪ ਕਰਨੀ ਚਾਹੀਦੀ ਹੈ। ਖਾਸ ਤੌਰ ਤੇ ਜਿਹੜੀ ਬਿਜਲੀ 'ਤੇ ਰੋਕ ਲਾਉਂਦੇ, ਬਿਜਲੀ ਘੱਟ ਦਿੰਦੇ ਸੀ, ਉਹਦੇ 'ਤੇ ਵੀ ਸਾਨੂੰ ਪਾਣੀ ਜਿਹੜਾ ਹੈਗਾ ਵੱਧ ਤੋਂ ਵੱਧ ਮਿਲਣਾ ਚਾਹੀਦਾ। ਕਿਸਾਨ ਵੀ ਵਿੱਚ ਆਏ ਸੀਗੇ, ਔਰ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਪ੍ਰੋਡਕਟ ਬਣਦੀ ਹੈ ਜਾਂ ਜਿੱਥੇ ਹੈਗਾ ਉਹਦੇ ਵੇਚਣ ਦੀ ਜਿਹੜੀ ਹੈਗੀ ਹੈ, ਗੌਰਮੈਂਟ ਨੂੰ ਚਾਹੀਦਾ ਕਿ ਉਹਨੂੰ ਵੇਚਣ ਲਈ ਸਾਨੂੰ ਘੱਟੋ ਘੱਟ ਉਹ ਮਾਰਕੀਟ ਦੇਵੇ। ਅਸੀਂ ਚੀਜ਼ਾਂ ਤਾਂ ਪੈਦਾ ਕਰਦੇ ਨੇ, ਬਣਾਉਂਦੇ ਨੇ, ਸਾਰਾ ਕੁਝ, ਉਹਨੂੰ ਵੇਚੀਏ ਕਿੱਥੇ ਕਿੱਥੇ ਕਿ ਭੇਜੀਏ। ਬਾਹਰਲੇ ਦੇਸ਼ਾਂ ਨਾਲ ਸਾਡਾ ਰਾਬਤਾ ਬਣਾਓ। ਤੁਸੀਂ ਬਾਹਰਲੇ ਦੇਸ਼ਾਂ ਨੂੰ ਤਾਂ ਇੱਥੇ ਲਿਆ ਰਹੇ ਜੇ, ਕੋਈ ਜਰਮਨ ਨੂੰ ਤਾਂ ਉਹਨਾਂ ਨੂੰ ਕਹਿ ਰਹੇ ਜੇ, ਭਗਵੰਤ ਮਾਨ ਜੀ ਨੂੰ ਪੁੱਛਿਆ, ਤੁਸੀਂ ਬਾਹਰਲੇ ਦੇਸ਼ਾਂ ਨੂੰ ਇੱਥੇ ਇੰਡਸਟਰੀ ਲਾ ਲਓ। ਜਿਹੜੀਆਂ ਇੱਥੇ ਇੰਡਸਟਰੀਆਂ ਲੱਗੀਆਂ ਉਹਨਾਂ ਨੂੰ ਕਿੱਥੇ, ਉਹਨਾਂ ਨੂੰ ਖੂਹ 'ਚ ਸੁੱਟੋਗੇ? ਜਿਹੜੀਆਂ ਉਹ ਵੀ ਇੰਡਸਟਰੀਆਂ ਹੈਗੀਆਂ ਉਹਨਾਂ ਨੂੰ ਪੈਸਾ ਦਿਓ, ਉਹਦੇ ਵਿੱਚ ਉਹਨਾਂ ਨੂੰ ਅੱਗੇ ਤੁਰਨ ਦਾ ਜਿਹੜਾ ਮਾਹੌਲ ਦਿਓ। ਔਰ ਇਹ ਤੋਂ ਪਹਿਲਾਂ ਉਹਨਾਂ ਇਹ ਵੀ ਕਿਹਾ ਕਿ ਬਾਦਲ ਸਰਕਾਰ ਦੇ ਟਾਈਮ 'ਤੇ ਲੁਧਿਆਣਾ ਇੰਡਸਟਰੀ ਬਿਲਕੁਲ ਗਰਕ ਹੋ ਗਈ ਸੀ, ਖਤਮ ਹੋ ਗਈ ਸੀ, ਔਰ ਉੱਥੋਂ ਉੱਠ ਕੇ ਸਾਰੇ ਹਿਮਾਚਲ ਔਰ ਹਰਿਆਣਾ ਚਲੇ ਗਏ। ਉਹਨਾਂ ਨੇ ਕਿਹਾ ਤੁਸੀਂ ਇਸ ਪੈਂਤਲੇ 'ਤੇ ਨਾ ਚੱਲੋ, ਜੇ ਕੋਈ ਤੁਹਾਡੇ ਵੱਲੋਂ ਚੱਲਿਆ ਗਿਆ ਤਾਂ ਜਿਹੜੀ ਬਾਕੀ ਬਚਦੀ ਖੁੱਜਦੀ ਇੰਡਸਟਰੀ ਇਹ ਵੀ ਖਤਮ ਹੋ ਜੂਗੀ। ਔਰ ਇਹਨਾਂ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਕਿ ਜੇ ਅਸੀਂ ਚਾਈਨਾ ਨੂੰ ਪਛਾਣਨਾ ਚਾਹੀਏ, ਚਾਈਨਾ ਨੂੰ ਪਿੱਛੇ ਕਰਨਾ ਚਾਹੀਏ, ਤੇ ਸਾਡਾ ਪੰਜਾਬ ਕੰਮ ਕਰਨ ਨੂੰ ਬਹੁਤ ਅੱਗੇ ਹੈਗਾ, ਮਿਹਨਤੀ ਲੋਕ ਹੈਗੇ ਆ। ਜੇ ਅਸੀਂ ਇਲੈਕਟ੍ਰੋਨਿਕਸ ਇੰਡਸਟਰੀ ਲਾ ਦਈਏ, ਅਸੀਂ ਉਹਦਾ ਸਹੂਲਤਾਂ ਦੇਵਾਂਗੇ, ਤੁਸੀਂ ਉਹ ਲਾਓ, ਅਸੀਂ ਪੈਸਾ ਦੇਵਾਂਗੇ। ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਘਟੀਆ ਹੁੰਦੀਆਂ, ਨਹੀਂ ਜ਼ਿਆਦਾ ਚਿਰ ਚੱਲਦੀਆਂ। ਤੁਸੀਂ ਉਹ ਇੰਡਸਟਰੀ ਲਾਓ ਜਿਹੜੀ ਪਿੰਡਾਂ 'ਚ ਲਾਉਣ ਲਈ ਕਿਹਾ, ਭਗਵੰਤ ਮਾਨ ਨੇ ਕਿਹਾ ਕਿ ਪਿੰਡਾਂ 'ਚ ਵੀ ਲਾਓ, ਕਾਟੇਜ ਇੰਡਸਟਰੀ ਉਹਦੇ ਲਈ ਲਾਓ, ਅਸੀਂ ਪੈਸਾ ਦੇਵਾਂਗੇ, ਕੰਮ ਕਰੋਗੇ ਤਾਂ ਤਾਂ ਹੈਗਾ। ਇਸ ਮਿਲਣੀ ਦੇ ਵਿੱਚ ਕੁਛ ਉਹਨਾਂ ਨੂੰ ਗੱਲਾਂ ਸੁਣਨੀਆਂ ਪਈਆਂ, ਕੁਛ ਉਹਨਾਂ ਸਹੂਲਤਾਂ ਬਾਰੇ ਵੀ ਕਿਹਾ ਹੈਗਾ। ਜ਼ਰੂਰੀ ਮੀਟਿੰਗ ਤਾਂ ਹੋਣੀ ਚਾਹੀਦੀ ਸੀ ਤਾਂ ਕਿ ਇੰਡਸਟਰੀ 'ਚ ਜਿਹੜੇ ਵਿਚਾਰੇ ਭੁੱਖੇ ਮਰ ਰਹੇ ਆ, ਬਿਜਲੀ ਵੀ ਘੱਟ ਮਿਲ ਰਹੀ ਸੀ ਉਹਨਾਂ ਨੂੰ, ਔਰ ਉਹ ਯੂਨਿਟ ਵੀ ਮਹਿੰਗੇ ਸੀਗੇ, ਉਹਨਾਂ ਬਾਰੇ ਵੀ ਕਿਹਾ ਕਿ ਪਰ ਯੂਨਿਟ ਸਾਨੂੰ ਪੈਸਾ ਜ਼ਿਆਦਾ ਦੇਣਾ ਪੈ ਰਿਹਾ। ਇਹ ਸਾਰੀਆਂ ਸਮੱਸਿਆਵਾਂ ਉਹਨਾਂ ਨੇ ਇਹਨਾਂ ਦੇ ਅੱਗੇ ਧਰੀਆਂ, ਚਾਰਟ ਬਣਾ ਕੇ ਦੇ ਦਿੱਤਾ। ਹੁਣ ਵੇਖੋ ਇੰਪਲੀਮੈਂਟ ਹੁੰਦਾ ਜਾਂ ਇਕੱਲੀ ਮਿਲਣੀ ਰਹਿ ਜਾਂਦੀ, ਇਹ ਹੈ। ਦੂਜਾ ਆਧਾਰ ਹੁੰਦਾ ਹੈ ਕਿਸਾਨ। ਜੀ ਹਾਂ, ਬਿਲਕੁਲ। ਇੱਕ ਪਾਸੇ ਇੰਡਸਟਰੀ, ਇੱਕ ਪਾਸੇ ਕਿਸਾਨ, ਦੋਵਾਂ ਦਾ ਮੇਲ ਜੋਲ ਹੀ ਕਿਸੇ ਵੀ ਸੂਬੇ ਨੂੰ ਤਰੱਕੀ ਬਖਸ਼ਦਾ, ਕਿਸੇ ਵੀ ਦੇਸ਼ ਨੂੰ ਤਰੱਕੀ ਇਕੱਠੇ ਚੱਲ ਪੈਣ, ਮੋਢੇ ਤੇ ਮੋਢਾ ਹੱਥ ਤੱਕ। ਬਿਲਕੁਲ, ਸੱਜਾ ਹੱਥ ਤੇ ਖੱਬਾ ਹੱਥ, ਦੋਵੇਂ ਦੋ ਅੱਖਾਂ ਨੇ ਕਿਸੇ ਵੀ ਸੂਬੇ ਦੀਆਂ, ਕਿਸੇ ਵੀ ਦੇਸ਼ ਦੀਆਂ। ਕਿਸਾਨਾਂ ਨੂੰ ਘੱਟ ਮਿਲਿਆ ਪ੍ਰਤੀ ਏਕੜ ਮੁਆਵਜ਼ਾ, ਇਸ ਕਰਕੇ ਕਿਸਾਨ ਦੇ ਘਰ ਘੱਟ ਪੈਸਾ ਪੁੱਜਾ, ਤੇ ਪੰਜਾਬ ਦੇ ਕਿਸਾਨਾਂ ਨੂੰ ਰੋਸ ਹੈ, ਦੁੱਖ ਹੈ, ਗੁੱਸਾ ਹੈ ਕਿ ਬਾਂਹ ਨਹੀਂ ਫੜੀ ਸਾਡੀ ਸਰਕਾਰ ਨੇ। ਇਹਨਾਂ ਨੇ ਕਿਹਾ ਕਿ ਜਿਹੜਾ ਕੇਂਦਰ ਨੇ ਆਫਤ ਜਾਂ ਜਿਹੜਾ ਫੰਡ ਸੀਗਾ, ਰਾਹਤ ਫੰਡ, ਉਹਦੇ ਵਿੱਚ ਜੋ ਪੈਸਾ ਦਿੱਤਾ, ਕੁਝ ਪੰਜਾਬ ਗੌਰਮੈਂਟ ਨੇ ਵੀ ਦਿੱਤਾ। 6800 ਰੁਪਈਆ ਕੀ ਹੁੰਦਾ? 6800 ਰੁਪਏ ਤਾਂ ਬੀਜ, ਪਾਣੀ ਔਰ ਲੇਬਰ 'ਤੇ ਲੱਗ ਜਾਂਦਾ, ਤਾਂ ਅਸੀਂ ਫਿਰ ਕੀ ਲੈ ਕੇ ਕਰਨ? ਇਹ ਤਾਂ ਸਾਡਾ ਆਲਰੇਡੀ ਖਰਚੇ ਤੋਂ ਕਿਤੇ ਅਬਵ ਹੋ ਗਿਆ। ਔਰ ਉਹਦੇ ਵਿੱਚ ਕਹਿੰਦੇ ਵੀ ਜਦੋਂ ਫਸਲ ਪੱਕਣ ਤੱਕ ਇਹਨਾਂ ਨੇ ਕਿਹਾ ਵੀ ਉਦੋਂ ਜੇ ਫਸਲ ਪੱਕੀ ਹੁੰਦੀ ਤਾਂ ਫਿਰ ਅਸੀਂ ਪੂਰਾ ਮੁਆਵਜ਼ਾ ਦਿੰਦੇ। ਉਹ ਕਹਿੰਦੇ ਮਿਹਨਤ ਤਾਂ ਉਨੀ ਲੱਗ ਗਈ, ਜੇ ਅਸੀਂ ਉਹਨੂੰ ਕੱਦੂ ਕੀਤੇ ਆ, ਪਨੀਰੀ ਬੀਜੀ ਆ, ਸੀਡ ਲਿਆਂਦਾ ਵੱਧ ਤੋਂ ਵੱਧ ਬਾਸਮਤੀ ਦਾ, ਝੋਨੇ ਦਾ, ਔਰ ਉਹਨੂੰ ਉਹਦੇ 'ਤੇ ਛਿੜਕਾਅ ਕੀਤਾ ਕੀਟਨਾਸ਼ਕ ਦਵਾਈਆਂ ਦਾ, ਔਰ ਗੋਡੀ ਚੋਕੀ ਕੀਤੀ, ਸਾਰੀ ਮਿਹਨਤ ਕੀਤੀ ਆ, ਉੱਥੋਂ ਤੱਕ ਤੇ ਪਹੁੰਚ ਜਾਣੀ ਜੇ ਕੁਦਰਤੀ ਆਫਤ ਨਾ ਆਉਂਦੀ। ਤੇ ਜੇ ਇਹਦੇ 'ਤੇ ਸਟੈਂਡਿੰਗ ਕ੍ਰੌਪ ਦਾ ਕੋਈ ਬੀਮਾ ਕੀਤਾ ਹੁੰਦਾ ਸਰਕਾਰ ਨੇ, ਤਾਂ ਤਦ ਸਾਨੂੰ ਪੈਸਾ ਮਿਲ ਜਾਂਦਾ। ਨਾ ਤਾਂ ਪੰਜਾਬ ਗੌਰਮੈਂਟ ਨੇ ਕੁਝ ਕੀਤਾ, ਨਾ ਉਹਨਾਂ ਨੇ ਰਾਹਤ ਫੰਡ 'ਚ ਕੁਝ ਦਿੱਤਾ। ਤਾਂ 6800 ਰੁਪਏ ਨਾਲ ਤਾਂ ਉੱਥੋਂ ਤੱਕ ਜਿਹੜਾ ਹੈਗਾ ਸਾਡਾ 2 ਦਿਨ ਦਾ ਖਰਚਾ ਵੀ ਨਹੀਂ ਗਾ। ਔਰ ਅਸੀਂ ਕਿੱਥੇ ਜਾਵਾਂਗੇ? ਪਾਣੀ, ਇੰਜਣ ਚੱਲਦੇ ਆ, ਪਾਣੀ ਜਦੋਂ ਝੋਨੇ ਲਾਏ ਉਦੋਂ ਤਾਂ ਮੀਂਹ ਨਹੀਂ ਸੀ ਪਏ, ਉਦੋਂ ਝੋਨੇ ਲਾਏ, ਉਹਨਾਂ ਨੇ ਪਾਣੀ ਦਿੱਤਾ, ਪਨੀਰੀ ਲਿਆਂਦੀ, ਲੇਬਰ ਨੂੰ ਜਿਹੜਾ ਲੇਬਰ ਵੀ ਪੈਸਾ ਲੈਂਦੀ ਜਿੰਨਾ ਲਾਇਆ, ਰੋਟੀ ਪਾਣੀ 'ਚ ਉਹਨਾਂ ਨੂੰ ਦਿੱਤਾ, ਉਹ ਖਰਚਾ ਆਉਂਦਾ। ਸਾਡੀਆਂ ਬੀਬੀਆਂ ਵਿਚਾਰੀਆਂ ਰੋਟੀਆਂ ਪਕਾਉਂਦੀਆਂ ਵਿਚਾਰੀਆਂ ਥੱਕ ਜਾਂਦੀਆਂ, ਔਰ ਸਾਰਾ ਪੈਸਾ ਅਸੀਂ ਉੱਧਰ ਲਾਇਆ, ਉਹ ਕਿੱਧਰ ਜਾਊਗਾ? ਛੋਟੇ ਮੋਟੇ ਜਿਹੜੇ ਕੰਮ ਕਰਦੇ ਕੀਤੇ ਆ। ਔਰ ਉਹਨਾਂ ਨੇ ਕਹਿਤਾ ਵੀ ਸਾਨੂੰ ਮੁਆਵਜ਼ਾ ਬਿਲਕੁਲ ਨਹੀਂ, ਸਾਡੇ ਹੱਥ ਖੜੇ ਹੈਗੇ, ਅੱਗੇ ਤੋਂ ਅਸੀਂ ਮੁਆਵਜ਼ਾ ਨਹੀਂ ਲਵਾਂਗੇ, ਔਰ ਅਸੀਂ ਬਕਾਇਦਾ ਤੌਰ 'ਤੇ ਬਗਾਵਤ ਕਰਾਂਗੇ। ਔਰ ਉਹਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ 2 ਧਿਰਾਂ ਹੀ ਆਪੋ ਵਿੱਚ ਰਲ ਕੇ ਕੰਮ ਕਰਦੀਆਂ, ਇੰਡਸਟਰੀਲਿਸਟ, ਸਨਅਤਕਾਰ ਔਰ ਜਿਹੜੇ ਕਿਸਾਨ ਨੇ। ਔਰ ਕਿਸਾਨਾਂ ਨੂੰ ਇਹਨਾਂ ਨੇ ਮੂੰਹ ਤੋੜਵਾਂ ਜਵਾਬ ਦੇ ਦਿੱਤਾ, ਉਹਨੂੰ ਦਿੱਤਾ ਕੱਖ ਨਹੀਂ ਹੈਗਾ। ਜੋ ਉਹ ਕਹਿੰਦੇ ਆ ਜੇ ਵੀ ਗੰਨੇ ਦਾ ਸਾਡਾ ਬਕਾਇਆ ਰਹਿੰਦਾ, ਬਕਾਇਆ ਨਹੀਂ ਦਿੱਤਾ ਗਿਆ, ਗੰਨੇ ਦੀ ਜਿਹੜਾ ਰੇਟ ਉਹ ਘਟ ਗਿਆ, ਔਰ ਅਸੀਂ ਕਿਸੇ ਮਾਰਕੀਟ 'ਚ ਜੇ ਤੇ ਕਿੱਥੇ ਪੈਸਾ ਲਈਏ ਲੋਕਾਂ ਤੋਂ। ਬਿਲਕੁਲ, ਕਈ ਵਾਰ ਤਾਂ ਉਹ ਦੇਖਦੇ ਆ ਨਾ ਕਿ ਕਾਰਪੋਰੇਟਸ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਲੈਣਾ ਚਾਹੁੰਦੇ ਨੇ, ਔਰ ਕਹਿੰਦੇ ਨੇ ਅਸੀਂ ਖੇਤੀ ਕਰਾਂਗੇ, ਤੁਹਾਨੂੰ ਕੀ ਪਤਾ? ਸਹੀ ਗੱਲ। ਕੱਲ ਨੂੰ ਕਹਿਣਗੇ ਜੀ ਅਸੀਂ ਖੇਤਾਂ ਦੇ ਵਿੱਚ ਨਾ ਗੁੜ ਦੇ
ਗੁੜ ਦੇ ਦਰਖਤ ਲਾਵਾਂਗੇ, ਆਹ। ਉੱਥੋਂ ਗੁੜ ਲਾ ਕੇ ਵੇਚਿਆ ਕਰਾਂਗੇ। ਹਾਂ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਗੁੜ ਦਰਖਤ ਨਾਲ ਲੱਗਦਾ ਕਿ ਗੁੜ ਗੰਨੇ ਤੋਂ ਬਣਦਾ। ਬਿਲਕੁਲ ਬਿਲਕੁਲ। ਸੋ ਮਤਲਬ ਕਈ ਐਸੇ ਮਹਾਂਪੁਰਸ਼ ਬੈਠੇ ਨੇ ਜਿਨ੍ਹਾਂ ਨੂੰ ਸਮਝ ਨਹੀਂ ਕਿਤੇ ਬੋਲਦੇ ਇਹਨਾਂ ਨੂੰ ਸਮਝ ਨਹੀਂ ਹੈਗੀ, ਪਰ ਚਾਹੀਦਾ ਸਭ ਕੁਝ ਹੈ। ਆਹ। ਦੇਸ਼ ਦਾ ਸਾਰਾ ਪੈਸਾ ਚਾਹੀਦਾ ਹੈ ਉਹਨਾਂ ਨੂੰ, ਆਹ ਬਸ ਇਹ ਸੋਚਾਂ ਨੇ। ਸਿਰਫ ਬੋਲਣਾ ਆਉਂਦਾ ਵਾ, ਕੰਮ ਕਰਨਾ ਨਹੀਂ ਆਉਂਦਾ। ਹੁਣ ਆਪਾਂ ਚੱਲਦੇ ਚੱਲਦੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਆ ਰਿਹਾ ਹੈ, ਜੀ 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 ਇੱਕ ਦੋ ਦਿਨਾਂ ਚ ਆ ਜਾਣਾ ਹੈ, ਜੀ ਤੇ ਆਪਾਂ ਸਭ ਨੂੰ ਵਧਾਈ ਦਈਏ, ਕਿਉਂਕਿ ਹੁਣ ਆਪਾਂ ਸੋਮਵਾਰ ਮਿਲਣਾ ਹੈ ਤੇ ਅੱਜ ਵਧਾਈ ਦੇ ਕੇ ਫਿਰ ਆਪਾਂ ਚੱਲਦੇ ਹਾਂ। ਜੋ ਸਾਰੇ ਸੰਗਤ ਨੂੰ, ਸਾਰੇ ਦਰਸ਼ਕਾਂ ਨੂੰ, ਕਿਉਂਕਿ ਇਸ ਪ੍ਰਕਾਸ਼ ਉਤਸਵ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਔਰ ਦਰਬਾਰ ਸਾਹਿਬ ਵੇਲੇ ਇਸ ਵੇਲੇ ਬਹੁਤ ਜਿਹੜੇ ਸ਼ਰਧਾਲੂ ਨੇ ਨਤਮਸਤਕ ਹੋਣ ਲਈ ਜਾ ਰਹੇ ਆ। ਔਰ ਤੁਸੀਂ ਸੜਕਾਂ ਤੇ ਵੇਖੋ ਕਿਸ ਤਰ੍ਹਾਂ ਜਾ ਕੇ ਟਰਾਲੀਆਂ, ਟਰੈਕਟਰ, ਗੱਡੀਆਂ, ਸਾਰੀਆਂ ਲੋਕ ਆਪਣੇ ਪਿੰਡਾਂ 'ਚ ਜਾ ਰਹੇ ਆ ਔਰ ਉੱਤੇ ਜਿਹੜਾ ਸਜਦਾ ਕਰ ਲਈ, ਨਤਮਸਤਕ ਹੋਣ ਲਈ ਜਾ ਰਹੇ ਆ। ਔਰ ਇਹਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ 1605 ਵਿੱਚ ਹੋਈ ਸੀਗੀ, ਔਰ ਇਹਦੇ ਵਿੱਚ 31 ਰਾਗਾਂ ਵਿੱਚ ਸੰਕਲਿਤ ਹੈ, ਔਰ 15 ਭਗਤਾਂ ਦੀ ਬਾਣੀ ਇਹਦੇ ਵਿੱਚ ਹੈਗੀ ਆ। ਔਰ ਸ੍ਰੀ ਰਾਗ ਸਭ ਤੋਂ ਪ੍ਰਮੁੱਖ ਰਾਗ ਹੈਗਾ ਜਿਹਨੂੰ ਗਾਇਆ ਜਾਂਦਾ, ਸਾਰੇ ਰਾਗੀ ਗਾਉਂਦੇ ਨੇ। ਔਰ ਬਾਣੀ ਜਿਹੜੀ ਹੈਗੀ ਆ, ਜਦੋਂ ਬਾਣੀ ਨੂੰ ਸਾਰੇ ਸਰਵਣ ਕਰਦੇ ਆ, ਔਰ ਜਦੋਂ ਕਿਤੇ ਕਲਾਸੀਕਲ ਰਾਗ ਵਿੱਚ ਹੋਵੇ ਔਰ ਤੁਹਾਨੂੰ ਜਦੋਂ ਸਰਵਣ ਕਰਦੇ ਜੀ, ਔਰ ਤੁਹਾਨੂੰ ਬੜਾ ਕੁਝ ਉਹਦਾ ਆਨੰਦ ਆਉਂਦਾ, ਬੜਾ ਕੁਝ ਤੁਸੀਂ ਸਮਝਦੇ ਜੀ। ਔਰ ਸਾਰੇ ਜਿੰਨੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਹੈ ਔਰ ਸਾਰੇ ਔਰ ਇੰਟਰਨੈਸ਼ਨਲ ਤੌਰ ਤੇ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਬਿਲਕੁਲ ਆਨੰਦ ਲਵੋ ਹੈ। ਤੇ ਨਾਲ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਤੇ ਚੱਲਣ ਦਾ ਪ੍ਰਯਤਨ ਕਰੋ ਤਾਂ ਕਿ ਜੀਵਨ ਸਾਰਥਕ ਹੋ ਸਕੇ। ਜੀ 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 ਚਲਿਏ ਬਲਕਾਰ, ਜ਼ਰੂਰ ਜੀ। ਸਤਿ ਸ਼੍ਰੀ ਅਕਾਲ।